ਪਰਾਲੀ ਸਾਂਭਣ ਨੂੰ ਲੈ ਕੇ ਪੂਰੇ ਦੇਸ਼ ਭਰ ਦੇ ਵਿੱਚ ਸਿਆਸਤ ਹੋ ਰਹੀ ਹੈ। ਵੱਡੇ ਵੱਡੇ ਬਿਆਨ ਦਿੱਤੇ ਜਾਂਦੇ ਨੇ ਕਿ ਇਹ ਸਭ ਗਲਤੀ ਕਿਸਾਨਾਂ ਦੀ ਹੈ ਕਿਉਂਕਿ ਇਹੀ ਨਾੜ ਨੂੰ ਅੱਗ ਲਾਉਂਦੇ ਆ ਤਾਂ ਪ੍ਰਦੂਸ਼ਣ ਹੁੰਦਾ ਹੈ। ਪਰ ਇੱਕ ਕਿਸਾਨ ਦੇ ਵੱਲੋਂ ਮਸ਼ੀਨ ਤਿਆਰ ਕੀਤੀ ਗਈ ਹੈ ਜਿਸ ਦੇ ਵਿੱਚ ਪਰਾਲੀ ਨੂੰ ਸਾਂਭਿਆ ਜਾ ਸਕਦਾ ਹੈ। ਸੁਲਤਾਨਪੁਰ ਲੋਧੀ ਦੇ ਕਿਸਾਨ ਤਲਵਿੰਦਰ ਸਿੰਘ ਨੇ ਇਹ ਮਸ਼ੀਨ ਬਣਾਈ ਅਤੇ ਕਾਮਯਾਬ ਹੋਏ, ਪਰ ਇਹਨਾਂ ਦੀ ਕਾਮਯਾਬੀ ਪ੍ਰਸ਼ਾਸਨ ਅਤੇ ਸਰਕਾਰ ਨਹੀਂ ਦੇਖ ਰਿਹਾ। ਇਸ ਮਸ਼ੀਨ ਨੂੰ ਬਣਾਉਣ ਲੱਗਿਆਂ ਇਸ ਕਿਸਾਨ ਨੇ ਆਪਣੀ ਜ਼ਿੰਦਗੀ ਦੇ 8 ਸਾਲ ਦਿੱਤੇ, 80 ਲੱਖ ਦਾ ਕਰਜ਼ਾ ਚੜਾਇਆ ਅਤੇ ਸਰਕਾਰਾਂ ਨੇ ਇਹਨਾਂ ਨੂੰ 8 ਮਿੰਟ ਦਾ ਸਮਾਂ ਵੀ ਨਹੀਂ ਦਿੱਤਾ। ਹੁਣ ਕਹਿੰਦੇ ਆ ਕਿ ਸਾਡੇ ਕੋਲ ਸਿਰਫ 2 ਆਪਸ਼ਨ ਨੇ, ਘਰ-ਬਾਰ ਵੇਚ ਕੇ ਕਰਜ਼ਾ ਲਾਵਾਂ ਜਾਂ ਫਿਰ ਆਪਣੀ ਜਾਨ ਦੇ ਦੇਵਾਂ। ਮੇਰਾ ਬੇਟਾ 10 ਸਾਲ ਦਾ ਜੀ, 5ਵੀਂ ਕਲਾਸ 'ਚ ਇਸ ਵਕਤ ਪੜ੍ਹ ਰਿਹਾ। ਉਹ ਕੈਮਰੀ ਸਕੂਲੇ ਪੜ੍ਹ ਰਿਹਾ ਸੀ, ਚੰਗੇ ਸਕੂਲੇ ਮੈਂ ਲਾਇਆ, ਚਲੋ ਉਹਦਾ ਭਵਿੱਖ ਬਣ ਜਾਏਗਾ। ਪਰ ਮੈਂ ਕਰਜ਼ੇ ਦੇ ਦੁੱਖੋਂ ਤੰਗ ਆਣ ਕੇ ਉਹਨੂੰ ਸਰਕਾਰੀ ਸਕੂਲੇ ਲਾਤਾ ਜੀ, ਕਿਉਂਕਿ ਮੈਂ ਪ੍ਰਾਈਵੇਟ ਸਕੂਲ ਦੀ ਫੀਸ ਹੀ ਨਹੀਂ ਦੇ ਪਾ ਰਿਹਾ, ਖਰਚੇ ਨਹੀਂ ਕਰ ਰਿਹਾ, ਤਾਂ ਉਹਨੂੰ ਮੈਂ ਸਰਕਾਰੀ ਸਕੂਲੇ ਇਸ ਵਕਤ ਪੜ੍ਹਨ ਲਾਇਆ। ਉਹਦਾ ਜਿੱਦਾਂ ਦਾ ਭਵਿੱਖ ਹੋਏਗਾ ਦੇਖੀ ਜਾਏਗੀ, ਸਰਕਾਰੀ ਸਕੂਲੇ ਕਿੱਦਾਂ ਦਾ ਪੜ੍ਹ ਜਾਂਦਾ ਕਿੱਦਾਂ ਨੇ, ਉਹ ਤਾਂ ਕਿਸਮਤ ਦਾ ਨਾ। ਪਰ ਇੱਕ ਵਾਰ ਤਾਂ ਸਾਡਾ ਸਾਰੇ ਪਰਿਵਾਰ ਦਾ ਭਵਿੱਖ ਜਿਹੜਾ ਵਾ ਉਹ ਖਤਰੇ 'ਚ ਦੌਣ ਤੇ ਹੈ। ਇਸ ਵਕਤ ਅਸੀਂ ਕਹਿ ਲਓ ਵੀ ਸਾਰੀ ਪ੍ਰੋਪਰਟੀ ਦਾ ਆਪ ਵੀ ਵਿਕੇ ਹੀ ਪਏ। ਹੁਣ ਬੈਂਕਾਂ ਦੇ ਤੋਂ ਦੇਖੋ ਜੀ, ਅਸੀਂ ਲੈਣਾ ਹੀ, ਉਹਨਾਂ ਨੇ ਤਾਂ ਸਾਨੂੰ ਮਾਫ ਕਰ ਹੀ ਨਹੀਂ ਦੇਣਾ ਹੈਗਾ। ਉਹਨਾਂ ਨੂੰ ਤਾਂ ਜਿੱਥੋਂ ਅਸੀਂ ਮਰਜ਼ੀ ਦੇਈਏ ਉਹਨਾਂ ਨੂੰ ਤਾਂ ਦੇਣਾ ਹੀ ਹੈਗਾ, ਨਹੀਂ ਤਾਂ ਸਾਡੀਆਂ ਜਿਹੜੀਆਂ ਪ੍ਰੋਪਰਟੀਆਂ ਰੱਖੀਆਂ ਨੇ ਜਿਨ੍ਹਾਂ ਦੇ ਅਸੀਂ ਲੋਨ ਲਿਮਟਾਂ ਬਣਾਈਆਂ ਹੋਏ ਨੇ ਉਹ ਹੜੱਪ ਕਰਨਗੇ, ਉਹਨਾਂ ਦੀ ਕੁਰਕੀ ਕਰਕੇ ਵੇਚ ਦੇਣਗੇ, ਉਹਦਾ ਆਪਦੀ ਰਿਕਵਰੀ ਕਰਨਗੇ ਤਾਂ ਅਸੀਂ ਘਰੋਂ ਬੇਕਾਰ ਹੋਵਾਂਗੇ। ਮੇਰੇ ਹਿਸਾਬ ਨਾਲ ਇਹ ਪਹਿਲੀ ਮਸ਼ੀਨ ਆ ਜੀ ਜਿਹੜੀ ਅਸੀਂ ਤਿਆਰ ਕੀਤੀ ਹੈ, ਔਰ ਜਿੰਨੇ ਇਹਦੇ ਵਿੱਚ ਫੰਕਸ਼ਨ ਨੇ, ਇਸ ਤਰ੍ਹਾਂ ਰੀਪਰ ਮਾਰ ਕੇ ਮੁੱਢਾਂ ਨੂੰ ਸੁਕਾ ਲੈਣਾ ਜੀ, ਜਿੱਦਾਂ ਕਿ ਆਪਾਂ ਅੱਗ ਲਾਉਂਦੇ ਆ ਸੁਕਾਉਣ ਵਾਸਤੇ। ਇਦਾਂ ਮੁੱਢ ਕੱਟ ਲੈ, ਸੁੱਕ ਗਏ, ਇਹਨਾਂ ਨੂੰ ਚੱਕ ਕੇ ਇਹ ਕੁਤਰ ਕੇ ਬਰੀਕ ਕਰਕੇ ਜ਼ਮੀਨ ਤੇ ਵੀ ਖਿਲਾਰ ਦੇਗੀ ਤੇ ਟਰਾਲੀ 'ਚ ਤੂੜੀ ਬਣਾ ਕੇ ਵੀ ਪਾ ਦੇਗੀ। ਪਰਾਲੀ ਦੀ ਤੂੜੀ ਬਣਾ ਕੇ ਟਰਾਲੀ 'ਚ ਪਾ ਦੇ। ਅਜੇ ਤੱਕ ਕੋਈ ਮੇਰੇ ਖਿਆਲ ਵੀ ਤੂੜੀ ਬਣਾਉਣ ਵਾਲੀ, ਪਰਾਲੀ ਦੀ ਤੂੜੀ ਬਣਾ ਲਈ ਕੋਈ ਅਜੇ ਤੱਕ ਮਸ਼ੀਨ ਮੇਰੇ ਧਿਆਨ ਵਿੱਚ ਤਾਂ ਨਹੀਂ ਹੈ। ਸਮਾਨ ਵੱਖੋ ਵੱਖਰੇ ਨੇ, ਸਮਾਨ ਚੇਂਜ ਕਰਨੇ ਹੀ ਪੈਂਦੇ ਨੇ। ਜਿਹੜਾ ਫੰਕਸ਼ਨ ਤੁਸੀਂ ਜਿੱਦਾਂ ਦਾ ਕੰਮ ਕਰਾਉਣਾ ਜੀ ਉਦਾਂ ਦਾ ਅਸੀਂ ਸਮਾਨ ਸਾਰਾ ਨਾਲ ਤਿਆਰ ਦਿੰਦੇ ਆ। ਉਹ ਸਮਾਨ ਲਗਾ ਕੇ ਕਣਕ ਦੇ ਨਾੜ ਦੀ ਤੂੜੀ ਬਣਾਉਂਦੇ ਆ। ਜਿਹੜੀਆਂ ਪਹਿਲਾਂ ਮਾਰਕੀਟ ਦੇ ਵਿੱਚ ਮਸ਼ੀਨਾਂ ਆਈਆਂ ਹੋਈਆਂ ਨੇ ਤੂੜੀ ਵਾਲੀਆਂ, ਉਹਨਾਂ ਦੇ ਨਾਲ ਜੇ ਆਪਾਂ ਕੰਪੈਰੀਮੇਜ ਜਿਹੜਾ ਅਸੀਂ ਕਰਕੇ ਦੇਖਿਆ ਜੀ, ਤੇ ਉਹਦੇ ਨਾਲ ਇੱਕ ਟਰਾਲੀ ਨਾਲ 2 ਟਰਾਲੀਆਂ ਭਰ ਦਿੰਦੀ ਹੈ ਜੀ ਆਰਾਮ ਨਾਲ। ਵੀ ਜਿਸ ਤਰ੍ਹਾਂ ਇਹ ਮਸ਼ੀਨ ਪਰਾਲੀ ਨੂੰ ਕੁੱਤਣ ਵਾਸਤੇ 1 ਘੰਟਾ ਲਾਉਂਦੀ ਜੀ 1 ਕਿੱਲੇ ਨੂੰ, ਤੇ ਮੈਂ ਇਦਾਂ ਦੀ ਮਸ਼ੀਨ ਤਿਆਰ ਕਰਨ ਜਾ ਰਿਹਾ ਵਾਂ। ਜੇ ਕੋਈ ਮੇਰਾ ਮਸਲਾ ਹੱਲ ਹੋ ਗਿਆ, ਉਹ ਅੱਧੇ ਘੰਟੇ ਦੇ ਵਿੱਚ 1 ਕਿੱਲਾ ਪਰਾਲੀ ਦਾ ਕੁਤਰ ਦਿਆ ਕਰੇਗੀ। 7 ਮਸ਼ੀਨਾਂ ਮੈਂ 7 ਸਾਲਾਂ ਦੇ ਵਿੱਚ ਕੰਡਮ ਕਰ ਦਿੱਤੀਆਂ ਜੀ, ਬਣਾ ਕੇ ਉਹਨਾਂ ਨੂੰ ਚਲਾ ਕੇ ਇਨਵੈਂਸ਼ਨ ਨੂੰ ਕਾਮਯਾਬ ਕਰਨ ਵਾਸਤੇ। ਇਹਦੇ ਤੇ ਫਿਰ ਖਰਚਾ ਕਿੰਨਾ ਆਉਂਦਾ ਰਿਹਾ ਹਰ ਸਾਲ? ਤਾਂ ਫਿਰ 7, 8, 9 ਲੱਖ ਰੁਪਏ ਨੂੰ ਇੱਕ ਮਸ਼ੀਨ ਸਾਲ ਦੇ ਵਿੱਚ ਪਹੁੰਚ ਜਾਂਦੀ ਹੈ। ਤੇ ਤੁਸੀਂ ਲਾ ਲਓ ਵੀ 7 ਮਸ਼ੀਨਾਂ ਦੇ ਵਿੱਚ ਤਕਰੀਬਨ 60, 65, 70 ਲੱਖ ਰੁਪਈਆ ਖਰਚਾ ਹੋ ਗਿਆ। ਮੈਂ ਜਿਹੜਾ ਘਰ ਦਾ ਮੇਰੇ ਕੋਲ ਥੋੜਾ ਜਿਹਾ ਕੰਮ ਆ, ਜਿੱਥੇ ਮੈਂ ਵਰਕਸ਼ਾਪ ਲਾਈ ਆ, ਉਹ ਮੈਂ ਗਿਰਵੀ ਰੱਖਿਆ ਬੈਂਕ ਕੋਲ 25 ਲੱਖ ਲੋਨ ਲਿਆ। ਜਦੋਂ ਮੈਂ ਉਹ ਨਹੀਂ ਦੇ ਪਾਇਆ ਤੇ ਉਹਨਾਂ ਨੇ 4 ਮਹੀਨੇ ਵੇਖੇ ਜੀ, ਵੇਟ ਕੀਤੀ, ਤਾਂ ਉਹਨਾਂ ਨੇ ਮੇਰੇ ਕੁਰਕੀ ਦੇ ਆਰਡਰ ਕੱਢਤੇ ਜੀ। ਤੇ ਫਿਰ ਮੈਂ ਇੱਥੋਂ 4 ਕਿੱਲੇ ਜ਼ਮੀਨ ਵੇਚ ਕੇ ਤੇ ਉਹਨਾਂ ਨੂੰ ਜਿਹੜਾ ਸੀਗਾ ਉਹ ਕਲੀਅਰ ਕੀਤਾ ਜੀ। ਮਤਲਬ ਕਲੀਅਰ ਉਨਾ ਹੀ ਕਰ ਪਾਇਆ ਮੈਂ ਜਿੰਨਾ ਉਹ ਬਣਿਆ ਸੀ ਵਿਆਜ ਤੋਂ ਉਹਨਾਂ ਦੀ ਕਿਸ਼ਤਾਂ। ਬਾਕੀ ਲੋਨ ਤਾਂ ਫਿਰ ਪੈਂਡਿੰਗ ਖੜਾ ਰਹਿ ਗਿਆ ਜੀ। ਉਧਰ ਕੇਂਦਰ ਦੇ ਵਿੱਚ ਇਹ ਰੌਲਾ ਬੜਾ ਚੱਲਣ ਦਾ ਕਿ ਪਰਾਲੀ ਦਾ ਧੂਆਂ ਸਾਰਾ ਪੰਜਾਬ ਹਰਿਆਣੇ ਦਾ ਉਧਰ ਨੂੰ ਆਉਂਦਾ, ਤੇ ਜਦੋਂ ਹੱਲ ਕੱਢਿਆ ਤੇ ਹੱਲ ਵੱਲ ਆਉਂਦੇ ਨਹੀਂ। ਹੁਣ ਮੈਂ ਤਾਂ ਕਹਿਣਾ ਹੀ ਆ ਜੀ, ਮੇਰੀ ਮਸ਼ੀਨ 100% ਕਾਮਯਾਬ। ਪਰ ਕਿਸਾਨਾਂ ਦੇ ਜਿਨ੍ਹਾਂ ਦੇ ਅਸੀਂ ਡੈਮੋ ਕਰਨ ਵਗੈਰਾ ਜਾਂਦੇ ਨਾ, ਉਹ ਕਹਿੰਦੇ 100% ਤੁਸੀਂ ਕਹਿੰਦੇ ਆ ਤਾਂ ਮਸ਼ੀਨ ਤੁਹਾਡੀ 120% ਕਾਮਯਾਬ ਆ। ਕਿਸਾਨ ਕਹਿੰਦੇ ਵੀ ਸੈੱਟ ਹੈ, ਪੂਰੀ ਕਾਮਯਾਬ ਆ ਜੀ ਕਹਿੰਦੇ। ਪਰ ਤੁਸੀਂ ਇਹ ਤੇ ਸਬਸਿਡੀ ਲੈ ਦਿਓ ਤੇ ਮਸ਼ੀਨਾਂ ਖਰੀਦਣ ਨੂੰ ਅਸੀਂ ਖੜੇ ਆ। ਤਾਂ ਕਿਸਾਨ ਤਲਵਿੰਦਰ ਸਿੰਘ ਮੇਰੇ ਨਾਲ ਮੌਜੂਦ ਆ, ਗੱਲਬਾਤ ਕਰਦੇ ਆ ਕਿ ਇਹ ਕਿਸ ਤਰੀਕੇ ਨਾਲ ਮਸ਼ੀਨ ਤਿਆਰ ਕੀਤੀ ਹੈ ਤੇ ਕਿਸ ਤਰੀਕੇ ਨਾਲ ਇਹਨਾਂ ਦੀ ਇਹ ਹਾਲਤ ਹੋਈ ਹੈ। ਤਾਂ ਤਲਵਿੰਦਰ ਜੀ, ਵੈਸੇ ਤਾਂ ਮਸ਼ੀਨ ਦੇਖ ਕੇ ਮੇਰਾ ਦਿਲ ਕੀਤਾ ਸੀ ਕਿ ਤੁਹਾਨੂੰ ਵਧਾਈ ਦਊਂਗਾ, ਪਰ ਮੈਂ ਤੁਹਾਡੀ ਜਿਹੜੀ ਕਹਾਣੀ ਸੁਣੀ ਹੈ ਉਹ ਦੇਖ ਕੇ ਤਰਸ ਵੀ ਬਹੁਤ ਆਉਂਦਾ ਹੈ। ਤਾਂ ਪਹਿਲਾਂ ਤਾਂ ਇਹੀ ਦੱਸ ਦਿਓ ਕਿ ਇਹ ਮਸ਼ੀਨ ਨੂੰ ਬਣਾਉਣ ਲੱਗਿਆ ਕਿੰਨਾ ਕੁ ਸਮਾਂ ਲੱਗ ਗਿਆ? ਸਭ ਤੋਂ ਪਹਿਲਾਂ ਡੇਲੀ ਪੋਸਟ ਚੈਨਲ ਟੀਮ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਜੀ ਆਇਆਂ ਜੀ, ਬਹੁਤ ਬਹੁਤ ਧੰਨਵਾਦ ਕਰਦੇ ਜੀ। ਇਹ ਮਸ਼ੀਨ ਦੇ ਇਸ ਤਰ੍ਹਾਂ ਜੀ, ਮੈਂ ਸੋਚ ਰਿਹਾ ਸੀ ਕਿ ਕੁਝ ਦੇਸ਼ ਵਾਸਤੇ ਕੀਤਾ ਜਾਵੇ
ਤੇ ਹਰ ਇੱਕ ਇਨਸਾਨ ਦਾ ਹੀ ਫਰਜ਼ ਬਣਦਾ ਹੈ ਕਿ ਕੁਛ ਨਾ ਕੁਛ ਦੇਸ਼ ਵਾਸਤੇ ਕਰਨਾ ਚਾਹੀਦਾ। ਅਸੀਂ ਲੋਕ ਘੱਟ ਸੋਚਦੇ ਹਾਂ, ਫੋਰਨ ਜ਼ਿਆਦਾ ਸੋਚਦੇ ਨੇ, ਉਦੋਂ ਦੇ ਸਾਡੇ ਨਾਲ ਐਡਵਾਂਸ ਨੇ। ਤੇ ਮੈਂ ਸੋਚਿਆ ਕਿ ਕੁਛ ਨਾ ਕੁਛ ਦੇਸ਼ ਦੀ ਤਰੱਕੀ ਵਾਸਤੇ, ਜਨਤਾ ਦੇ ਫਾਇਦੇ ਵਾਸਤੇ ਕੁਛ ਨਾ ਕੁਛ ਕਰਨਾ ਚਾਹੀਦਾ ਹਰ ਇੱਕ ਇਨਸਾਨ ਨੂੰ। ਇਹ ਸੋਚ ਕੇ ਮੈਂ ਇੱਕ ਪਰਾਲੀ ਦਾ ਮੁੱਦਾ ਹੀ ਲੈ ਲਿਆ ਔਰ ਪਰਾਲੀ ਦੇ ਮੁੱਦੇ ਨੂੰ ਪਰਾਲੀ ਨੂੰ ਸਾਂਭ ਸੰਭਾਲ ਕਰਨ ਵਾਸਤੇ ਇੱਕ ਮੈਂ ਟੈਕਨੀਕਲ ਬਾਰੇ ਪੂਰਾ ਗਿਆਨ ਆ ਜੀ। ਤੇ ਮੈਂ ਇੱਕ ਕਿਹਾ ਵੀ ਚਲੋ ਮਸ਼ੀਨ ਤਿਆਰ ਕਰਦੇ ਆ ਪਰਾਲੀ ਨੂੰ ਸਾਂਭ ਸੰਭਾਲ ਕਰਨ ਵਾਸਤੇ। ਤਾਂ ਇਹ ਮੈਂ ਮਸ਼ੀਨ ਤਿਆਰ ਕੀਤੀ ਜੀ। ਇੱਕ ਪਹਿਲੀ ਮਸ਼ੀਨ ਤਿਆਰ ਕੀਤੀ, ਉਹ 'ਚ ਮੈਨੂੰ ਥੋੜ੍ਹੇ 25-30% ਹੀ ਕਾਮਯਾਬੀ ਮਿਲੀ ਸੀ ਪਹਿਲੇ ਸਾਲ। ਤਾਂ ਉਸ ਤੋਂ ਬਾਅਦ ਫਿਰ ਮੈਂ ਕਿਹਾ ਵੀ ਇਹ ਜਿਹੜੀ ਕਾਮਯਾਬੀ ਆ ਇਹਨੂੰ ਵਧਾਉਣਾ ਚਾਹੀਦਾ। ਇਹਦਾ ਜਿਹੜਾ ਵਰਕ ਵਾ ਉਹਨੂੰ ਹੋਰ ਅੱਗੇ ਲੈ ਕੇ ਜਾਣਾ ਚਾਹੀਦਾ, ਇਹਨੂੰ 100% ਹੀ ਕਾਮਯਾਬ ਕਰ ਦੇਣਾ ਚਾਹੀਦਾ। ਤਾਂ ਇਹ ਮੈਨੂੰ ਆਪਣੇ ਆਪ ਦੇ ਖੁਦ ਮਾਣ ਸੀ, ਕਿਉਂਕਿ ਮੈਂ ਟੈਕਨੀਕਲ ਦਾ ਕੰਮ ਸਾਰਾ ਹੀ ਹੱਥੀਂ ਆਪਣੇ ਕਰ ਲੈਣਾ, ਮੈਂ ਕਿਤੇ ਬਾਹਰੋਂ ਨਹੀਂ ਕਰਵਾਉਂਦਾ। ਇਸ ਕਰਕੇ ਇਹ ਮਸ਼ੀਨ ਤਿਆਰ ਕੀਤੀ ਪਹਿਲੀ। ਫਿਰ ਅਗਲੇ ਸਾਲ ਇੱਕ ਹੋਰ ਤਿਆਰ ਕੀਤੀ ਜੀ, ਉਹ ਵੀ ਕੰਡਮ ਹੋ ਗਈ। ਫਿਰ ਤੀਸਰੀ, ਫਿਰ ਚੌਥੀ, ਫਿਰ ਪੰਜਵੀਂ, ਛੇਵੀਂ, ਸੱਤਵੀਂ, 7 ਮਸ਼ੀਨਾਂ ਮੈਂ 7 ਸਾਲਾਂ ਦੇ ਵਿੱਚ ਕੰਡਮ ਕਰ ਦਿੱਤੀਆਂ ਜੀ, ਬਣਾ ਕੇ ਉਹਨਾਂ ਨੂੰ ਚਲਾ ਕੇ ਇਨਵੈਂਸ਼ਨ ਨੂੰ ਕਾਮਯਾਬ ਕਰਨ ਵਾਸਤੇ। ਤੁਹਾਨੂੰ ਪਤਾ ਕਿ ਜਦੋਂ ਮਸ਼ੀਨ ਨੂੰ ਆਪਾਂ ਕੱਟ ਵੱਢ ਕਰਦੇ ਹਾਂ, ਇੱਕ ਯੰਤਰ ਨਹੀਂ ਕੰਮ ਕਰਦਾ, ਉਹਦੀ ਜਗ੍ਹਾ ਤੇ ਸੋਚ ਕੇ ਫਿਰ ਹੋਰ ਯੰਤਰ ਲਾਣਾ ਪੈਂਦਾ। ਤਾਂ ਉਹ ਫਿਰ ਕੱਟ ਵੱਢ ਕੀਤੀਆਂ। ਫਿਰ ਜਦੋਂ 4-5 ਵਾਰ ਮਸ਼ੀਨ ਨੂੰ ਆਪਾਂ ਕੱਟ ਵੱਢ ਕਰ ਦੇਣਾ ਸਾਲ 'ਚ, ਤਾਂ ਉਹ ਫਿਰ ਬਸ ਹੀ ਹੋ ਜਾਂਦੀ ਹੈ। ਇਸ ਕਰਕੇ ਫਿਰ ਅਗਲੇ ਸਾਲ ਫਿਰ ਨਵੀਂ ਹੋਰ ਮਸ਼ੀਨ ਪਾਣੀ ਪੈ ਜਾਂਦੀ। ਤੁਸੀਂ 7 ਸਾਲਾਂ ਦੇ ਵਿੱਚ 7 ਮਸ਼ੀਨਾਂ ਬਣਾਈਆਂ, ਤਾਂ ਇਹਦੇ ਤੇ ਫਿਰ ਖਰਚਾ ਕਿੰਨਾ ਆਉਂਦਾ ਰਿਹਾ ਹਰ ਸਾਲ? ਸਰ ਇੱਕ ਮਸ਼ੀਨ ਜਿਹੜੀ ਹੈ ਨਾ ਜੀ, ਅਸੀਂ ਅੱਜ ਦੀ ਡੇਟ ਦੇ ਵਿੱਚ 5 ਲੱਖ ਦੀ ਤਿਆਰ ਕਰਕੇ ਮਤਲਬ ਰੇਟ ਰੱਖਿਆ ਹੈਗਾ ਬਿਲਕੁਲ, ਕਿਉਂਕਿ ਹੁਣ ਤੇ ਇਹਦੀ ਕੋਈ ਕੱਟ ਵੱਢ ਹੋਣੀ ਨਹੀਂ। ਫਰਮੇ ਸਾਡੇ ਕੋਲ ਨੇ, ਅਸੀਂ ਤਿਆਰ ਕਰਕੇ ਦੇ ਦੇਣੀ ਹੈ। ਪਰ ਜਦੋਂ ਆਪਾਂ ਸਾਲ ਦੇ ਵਿੱਚ ਇਹਨੂੰ ਇਸ ਤਰ੍ਹਾਂ ਕਰਦੇ ਹਾਂ ਤਾਂ ਫਿਰ 7-8-9 ਲੱਖ ਰੁਪਏ ਨੂੰ ਇੱਕ ਮਸ਼ੀਨ ਸਾਲ ਦੇ ਵਿੱਚ ਪਹੁੰਚ ਜਾਂਦੀ ਹੈ। ਤੇ ਤੁਸੀਂ ਲਾ ਲਓ ਵੀ 7 ਮਸ਼ੀਨਾਂ ਦੇ ਵਿੱਚ ਤਕਰੀਬਨ 60-65-70 ਲੱਖ ਰੁਪਈਆ ਖਰਚਾ ਹੋ ਗਿਆ। ਤੇ ਖਰਚਾ ਕੋਲ ਹੀ ਲਾਇਆ ਫਿਰ ਸਾਰਾ? ਇਹ ਸਰ ਨਹੀਂ, ਮੇਰੇ ਕੋਲ 4 ਕਿੱਲੇ ਜ਼ਮੀਨ ਨੇ ਆਹੀ ਜਿਹਦੇ ਵਿੱਚ ਆਪਾਂ ਖੜੇ। ਤੇ ਇਹਦੇ ਤੋਂ ਤਾਂ ਮਹਾ ਘਰ ਦਾ ਗੁਜ਼ਾਰਾ ਹੀ ਚੱਲਦਾ ਜੀ। ਮੈਂ ਔਰ ਮੇਰੀ ਵਾਈਫ ਔਰ ਮੇਰੇ ਕੋਲ ਬੇਟਾ 10 ਸਾਲ ਦਾ ਛੋਟਾ, ਤੇ ਮਸਾਂ ਇੰਨਾ ਕੁ ਖਰਚਾ ਹੀ ਮਹਾ ਚਲਾ ਪਾਉਂਦੇ ਅਸੀਂ। ਚਾਹੇ ਔਰ ਹਾਲਾਂਕਿ ਮੇਰੀ ਵਾਈਫ ਜਿਹੜੀ ਆ ਉਹ ਸਟੀਚਿੰਗ ਦਾ ਨਾਲ ਕੰਮ ਕਰਦੀ, ਤਾਂ ਅਸੀਂ ਮਸਾਂ ਹੀ ਘਰ ਦਾ ਗੁਜ਼ਾਰਾ ਚਲਾਉਂਦੇ ਆ। ਫਿਰ ਇਹ ਪੈਸੇ ਫਿਰ ਕਿੱਥੋਂ ਤੁਸੀਂ ਅਰੇਂਜ ਕੀਤੇ? ਇਹ ਸਰ ਪੈਸੇ ਇਸ ਤਰ੍ਹਾਂ ਵੀ, ਮੈਂ ਜਦੋਂ ਪਹਿਲੀ ਮਸ਼ੀਨ ਬਣਾ ਲਈ ਤਾਂ ਥੋੜੀ ਜਿਹੀ ਮੈਨੂੰ ਕਾਮਯਾਬੀ ਮਿਲੀ, ਤੇ ਮੈਂ ਦੇਖਿਆ ਵੀ ਹੁਣ ਇਹਦਾ ਮਸਲਾ ਹੱਲ ਹੋ ਸਕਦਾ, ਮਸ਼ੀਨ ਮੈਂ ਕਾਮਯਾਬ ਕਰ ਸਕਦਾ। ਜਿਹੜੀ ਮੈਂ ਤਕਨੀਕ, ਮੇਰੇ ਕੋਲ ਆਈਡੀਆ ਸੀ ਵੀ ਇਸ ਤਰੀਕੇ ਦੇ ਨਾਲ ਮਸ਼ੀਨ ਬਣਾਈ ਜਾਵੇ ਤਾਂ ਪਰਾਲੀ ਨੂੰ ਸਾਂਭ ਸਕਦੀ ਆ, ਉਹ ਤਕਨੀਕ, ਮੇਰਾ ਆਈਡੀਆ ਮੈਨੂੰ ਕੰਮ ਦੇ ਗਿਆ, ਕਾਮਯਾਬ ਹੋ ਗਿਆ। ਪਰ ਮਸ਼ੀਨ ਵਿੱਚ ਸੁਧਾਰ ਦੀ ਲੋੜ ਸੀ ਨਾ, ਤੇ ਉਹ ਕਰਦੇ ਰਹੇ। ਉਹਦੇ ਵਾਸਤੇ ਫਿਰ ਅਗਲੀਆਂ ਮਸ਼ੀਨਾਂ ਨੂੰ ਇਸ ਤਰ੍ਹਾਂ ਜਿਹੜੀਆਂ ਮੈਂ ਤਿਆਰ ਕਰਦਾ ਰਿਹਾ। ਉਹਦੇ ਵਾਸਤੇ ਪੈਸਾ, ਫਿਰ ਫਾਦਰ ਸਾਹਿਬ ਨੂੰ ਮੈਂ ਬੇਨਤੀ ਕੀਤੀ ਵੀ ਮੈਨੂੰ ਪੈਸੇ ਦੀ ਲੋੜ ਆ, ਮੈਂ ਮਤਲਬ ਇਹ ਕਾਰੋਬਾਰ ਕਰਨਾ ਚਾਹੁੰਦਾ। ਤੇ ਮੈਂ ਇੱਕ ਮਸ਼ੀਨ ਤਿਆਰ ਕੀਤੀ ਆ, ਤੇ ਵੀ ਉਹ 'ਚ ਮੈਨੂੰ ਥੋੜੀ ਜਿਹੀ ਕਾਮਯਾਬੀ ਮਿਲ ਗਈ ਆ। ਪਰ ਕਾਮਯਾਬੀ ਨੂੰ ਕੰਪਲੀਟ ਕਰਨਾ, ਉਹਨਾਂ ਨੇ ਫਿਰ ਕਹਿੰਦੇ ਵੀ ਮੇਰੇ ਕੋਲ ਪੈਸੇ ਪੂਸੇ ਤਾਂ ਹੈ ਨਹੀਂ, ਤਾਂ ਮੈਂ ਲਿਮਟ ਬਣਾ ਲਾ। ਤੇ ਫਿਰ ਮੈਂ ਇੱਕ ਲਿਮਟ ਬਣਾ ਲਈ ਜੀ 25 ਲੱਖ ਰੁਪਏ ਦੀ ਬੈਂਕ ਦੇ ਵਿੱਚ। ਉਹ ਪੈਸਾ ਸਾਰਾ ਹੀ ਚੱਕ ਕੇ ਇਹਨਾਂ ਮਸ਼ੀਨਾਂ ਤੇ ਲਾ ਕੇ ਇਹਨਾਂ ਨੂੰ ਕਾਮਯਾਬ ਕੀਤਾ ਜੀ। 25 ਲੱਖ ਰੁਪਇਆ ਉਹ ਲਾਇਆ, ਤੇ ਹੋਰ ਵੀ ਤੁਸੀਂ ਕਰਜ਼ੇ ਚੁੱਕੇ ਨੇ, ਕਿਉਂਕਿ ਤੁਸੀਂ ਦੱਸਦੇ ਹੋ ਕੁੱਲ 7-8 ਸਾਲਾਂ ਦੇ ਵਿੱਚ ਕਰੀਬ 80 ਲੱਖ ਦੇ ਵੱਧ ਜਿਹੜਾ ਵਾ ਕਰਜ਼ਾ ਤੁਹਾਡੇ ਸਿਰ ਦੇ ਉੱਪਰ। ਸਰ ਇੱਕ ਫਿਰ ਮੈਨੂੰ ਨਾ ਥੋੜਾ ਜਿਹਾ ਮਸ਼ੀਨਰੀ ਦੀ ਲੋੜ ਸੀ, ਜਿੱਦਾਂ ਖਰਾਦ, ਪ੍ਰੈਸ, ਕਟਿੰਗ ਮਸ਼ੀਨ ਵਗੈਰਾ, ਇਹਨਾਂ ਥੋੜੀ ਮਸ਼ੀਨਰੀ ਦੀ ਲੋੜ ਸੀ, ਤਾਂ ਹੀ ਅਸੀਂ ਇਹਨੂੰ ਬਣਾ ਪਾਵਾਂਗੇ ਨਾ। ਤੇ ਹੱਥ ਨਾਲ ਕੱਟ ਕੇ ਤਾਂ ਕੁਛ ਇਦਾਂ ਬਣ ਨਹੀਂ ਸਕਦਾ। ਤਾਂ ਉਹਦੇ ਵਾਸਤੇ ਫਿਰ ਮਸ਼ੀਨਰੀ ਲੋੜ, ਫਿਰ ਇੱਕ ਮੈਂ ਲੋਨ ਲੈ ਲਿਆ ਜੀ 25 ਲੱਖ ਰੁਪਏ ਦਾ। ਉਹ ਜੀ ਇੰਡਸਟਰੀ ਲੋਨ ਲੈ ਲਿਆ ਜੀ, ਇੰਡਸਟਰੀ ਲਾਉਣ ਵਾਸਤੇ, ਵਰਕਸ਼ਾਪ ਲਾਉਣ ਵਾਸਤੇ ਲੋਨ ਲੈ ਲਿਆ ਜੀ ਬੈਂਕ ਦੇ ਵਿੱਚੋਂ। ਉਹ ਹੋ ਗਿਆ ਜੀ। ਫਿਰ ਮੁੜ ਕੇ ਫਿਰ ਉਹ ਜਿਹੜੇ ਲਿਮਟ ਦਾ ਲੋਨ ਸੀਗਾ ਲਿਆ, ਕਿਉਂਕਿ ਕੰਮ ਤੇ ਮੇਰਾ ਇੱਧਰ ਚੱਲ ਨਹੀਂ ਪਾਇਆ ਨਾ। ਇਹ ਪਾਸ ਕੀਤੀ, ਕੋਈ ਆਇਆ ਨਹੀਂ ਦੇਖਣ, ਮੈਂ ਬੜੀਆਂ ਰਿਕੁਐਸਟ ਕਰਦਾ ਰਿਹਾ, ਤਾਂ ਪਾਸ ਕਰ ਦਿੰਦੇ, ਇਹ ਕੰਮ ਸਾਡਾ ਚੱਲ ਜਾਂਦਾ, ਸਬਸਿਡੀ ਮਿਲ ਜਾਂਦੀ। ਫਿਰ ਤਾਂ ਅਸੀਂ ਕੋਈ ਜਿਹੜਾ ਕਰਜ਼ਾ ਸੀਗਾ ਲਿਆ, ਲਿਮਟਾਂ ਲੋਨ ਲਿਆ ਸੀ, ਉਹ ਅਸੀਂ ਕਵਰ ਕਰ ਜਾਂਦੇ ਜੀ। ਇਹ ਲਿਮਟਾਂ ਲੋਨ ਸਿਰਫ ਤੁਸੀਂ ਇਹ ਮਸ਼ੀਨ ਨੂੰ ਤਿਆਰ ਕਰਨ ਵਾਸਤੇ ਲਿਆ ਕਿ ਕਾਮਯਾਬ ਹੋ ਜਾਈਏ ਤੇ ਕੱਲ ਨੂੰ ਇੰਡਸਟਰੀ ਆਪਣੀ, ਤੇ ਜਾਂ ਫਿਰ ਇਹ ਮਸ਼ੀਨਾਂ ਤਿਆਰ ਕਰੀਏ? ਹਾਂਜੀ, ਫਿਰ ਇਹ ਮਸ਼ੀਨਾਂ ਤਿਆਰ ਕਰਕੇ ਸੇਲ ਕਰਾਂਗੇ ਜੀ, ਤੇ ਸਾਡੀ ਰਿਕਵਰੀ ਹੋ ਜਾਏਗੀ ਪੈਸੇ ਦੀ। ਤੇ ਉਹ ਫਿਰ ਉਲਟਾ ਸਗੋਂ ਉਹ ਕੀ ਹੋਣਾ ਸੀ ਵੀ ਸਾਨੂੰ ਉਧਰੋਂ ਕਿਸ਼ਤਾਂ ਤੇ ਵਿਆਜ ਆਉਣਾ ਵੀ ਸ਼ੁਰੂ ਹੋ ਗਿਆ। ਹੁਣ ਕਦੀ ਹੜ੍ਹਦੀਏ ਤੋਂ ਲੈ ਕੇ, ਕਦੀ ਕੋਈ ਰਿਸ਼ਤੇਦਾਰ ਤੋਂ, ਕਈ ਯਾਰ ਦੋਸਤ ਤੋਂ ਲੈ ਕੇ ਪੈਸੇ, ਤੇ ਅਸੀਂ ਉਧਰ ਜਿਹੜੀਆਂ ਬੈਂਕਾਂ ਵਾ ਉਹਨਾਂ ਦੇ ਵਿਆਜ ਤੇ ਕਿਸ਼ਤਾਂ ਦੇ ਪਾ ਰਹੇ ਹਾਂ। ਹੁਣ ਵੀ ਇੱਕ ਪਿੰਡ ਦਾ ਮੇਰੇ ਕੋਲ 4 ਲੱਖ ਰੁਪਈਆ ਪੈਂਡਿੰਗ ਵਿਆਜ ਪਿਆ, ਉਹ ਫੋਨ ਕਰਦੇ ਨੇ ਤੇ ਗੇੜੇ ਮਾਰਦੇ ਨੇ। ਅੱਗੇ 1 ਸਾਲ ਪਹਿਲਾਂ ਵੀ ਮੈਂ ਪੈਂਡਿੰਗ ਪਿਆ ਸੀ, ਇਦਾਂ ਹੀ ਸਾਰਾ ਵਿਆਜ ਵੀ ਔਰ
ਕਿਸ਼ਤਾਂ ਵੀ। ਤਾਂ ਮੈਂ ਜਿਹੜਾ ਘਰ ਦਾ ਮੇਰੇ ਕੋਲ ਥੋੜਾ ਜਿਹਾ ਕੰਮ ਆ, ਜਿੱਥੇ ਮੈਂ ਵਰਕਸ਼ਾਪ ਲਾਈ ਆ, ਉਹ ਮੈਂ ਗਿਰਵੀ ਰੱਖਿਆ ਬੈਂਕ ਕੋਲ 25 ਲੱਖ ਲੋਨ ਲਿਆ। ਜਦੋਂ ਮੈਂ ਉਹ ਨਹੀਂ ਦੇ ਪਾਇਆ ਤੇ ਉਹਨਾਂ ਨੇ 4 ਮਹੀਨੇ ਵੇਖੇ ਜੀ, ਵੇਟ ਕੀਤੀ, ਤਾਂ ਉਹਨਾਂ ਨੇ ਮੇਰੇ ਕੁਰਕੀ ਦੇ ਆਰਡਰ ਕੱਢਤੇ ਜੀ। ਤੇ ਫਿਰ ਮੈਂ ਇੱਥੋਂ 4 ਕਿੱਲੇ ਜ਼ਮੀਨ ਵੇਚ ਕੇ ਤੇ ਉਹਨਾਂ ਨੂੰ ਜਿਹੜਾ ਸੀਗਾ ਉਹ ਕਲੀਅਰ ਕੀਤਾ ਜੀ। ਮਤਲਬ ਕਲੀਅਰ ਉਨਾ ਹੀ ਕਰ ਪਾਇਆ ਮੈਂ ਜਿੰਨਾ ਉਹ ਬਣਿਆ ਸੀ ਵਿਆਜ ਤੇ ਉਹਨਾਂ ਦੀਆਂ ਕਿਸ਼ਤਾਂ। ਬਾਕੀ ਲੋਨ ਤਾਂ ਫਿਰ ਪੈਂਡਿੰਗ ਖੜਾ ਰਹਿ ਗਿਆ ਜੀ। ਹੁਣ ਅੱਜ ਦੀ ਡੇਟ ਦੇ ਵਿੱਚ ਫਿਰ ਮੈਂ ਉਹ ਦੇਣ ਵਾਲੇ ਨੇ ਬੈਂਕ ਦੇ ਵਿਆਜ ਵੀ ਔਰ ਕਿਸ਼ਤਾਂ ਵੀ। ਅੱਛਾ, ਤੁਸੀਂ ਦੱਸਦੇ ਕਿ ਅਧਿਕਾਰੀਆਂ ਨੂੰ ਵੀ ਮਿਲੇ, ਲੀਡਰਾਂ ਨੂੰ ਵੀ ਮਿਲੇ, ਤਾਂ ਇਹ ਕਿਸੇ ਨੇ ਬਾਂਹ ਨਹੀਂ ਫੜੀ? ਕਿਹਨਾਂ ਕਿਹਨਾਂ ਨੂੰ ਮਿਲੇ ਅੱਜ ਤੱਕ? ਸਰ ਪਹਿਲਾਂ ਮੈਂ ਜਿੱਦਾਂ ਸੁਲਤਾਨਪੁਰ ਲੋਧੀ ਇੱਥੇ ਅਫਸਰ ਜਿਹੜਾ ਖੇਤੀਬਾੜੀ ਪ੍ਰਵਿੰਦਰ ਸਿੰਘ ਆ, ਉਹਨੂੰ ਮਿਲਿਆ ਜੀ। ਸ਼ੁਰੂਆਤ ਮੈਂ ਕਿਹਾ ਇੱਥੋਂ ਹੀ ਕਰਨੀ ਚਾਹੀਦੀ ਆ, ਉਹਨਾਂ ਦਾ ਫਰਜ਼ ਵੀ ਬਣਦਾ, ਸਾਡਾ ਵੀ ਫਰਜ਼ ਬਣਦਾ, ਉਹਨਾਂ ਨੂੰ ਪਹਿਲਾਂ ਮਿਲੀਏ ਤੇ ਉੱਪਰ ਤੱਕ ਜੇ ਕੋਈ ਗੱਲ ਦੀ ਲੋੜ ਹੋਏਗੀ ਤਾਂ ਉਹੀ ਕਰਨਗੇ ਨਾ ਜੀ, ਉਹੀ ਮਿਲਾਣਗੇ ਸਾਨੂੰ। ਪਰ ਉਹਨਾਂ ਦੇ ਵੱਲ ਵੀ ਮੈਂ ਚੱਕਰ ਮਾਰਦਾ ਰਿਹਾ ਤੇ ਉਹਨਾਂ ਨੇ ਕੋਈ ਮੈਨੂੰ ਰਿਸਪੌਂਸ ਨਹੀਂ ਦਿੱਤਾ ਜੀ, ਕੋਈ ਹੈਲਪ ਨਹੀਂ ਮੇਰੀ ਕੀਤੀ। ਫਿਰ ਉਸ ਤੋਂ ਬਾਅਦ ਮੈਂ ਲੁਧਿਆਣੇ ਯੂਨੀਵਰਸਿਟੀ, ਮਸ਼ੀਨਰੀ ਵਿਭਾਗ ਤੇ ਪਤਾ ਕੀਤਾ ਵੀ ਕਿੱਥੋਂ ਇਹ ਮਸਲੇ ਹੱਲ ਹੋ ਸਕਦੇ ਨੇ, ਕਿਉਂਕਿ ਇਹਨਾਂ ਮੈਨੂੰ ਜ਼ਿਆਦਾ ਗਿਆਨ ਹੀ ਨਹੀਂ ਸੀ। ਮੇਰਾ ਤੇ ਇੰਨਾ ਗਿਆਨ ਸੀ ਵੀ ਆਪਾਂ ਇਹਨੂੰ ਬਣਾਉਣਾ, ਤੇ ਬਾਕੀ ਜਿਹੜੇ ਕੰਮਕਾਰ ਇਹਦੇ ਮੁਤਲਕ ਹੋਣ ਵਾਲੇ ਉਹਨਾਂ ਬਾਰੇ ਮੈਨੂੰ ਬਹੁਤਾ ਜ਼ਿਆਦਾ ਗਿਆਨ ਨਹੀਂ ਸੀ। ਫਿਰ ਉਹ ਮੈਂ ਪਤਾ ਕੀਤਾ, ਕਹਿੰਦੇ ਵੀ ਇਹ ਲੁਧਿਆਣੇ ਯੂਨੀਵਰਸਿਟੀ ਨੇ ਕੰਮ ਕਰਨਾ ਤੁਹਾਡਾ, ਇਹਨੂੰ ਪਾਸ ਕਰ ਦੇਗੀ ਤੇ ਫਿਰ ਕਿਸਾਨ ਖਰੀਦਦਾਰ ਕਿਸਾਨ ਨੂੰ ਇਹ ਤੇ ਸਬਸਿਡੀ ਮਿਲ ਜਾਏਗੀ। ਹੁਣ ਸਾਡੀ ਮਸ਼ੀਨ ਦਾ 5 ਲੱਖ ਰੇਟ ਹੈ ਜੀ, ਜੇ ਹੁਣ 50% ਜਾਂ 80% ਸਬਸਿਡੀ ਮਿਲਦੀ ਹੈ ਤੇ 1.5-2 ਲੱਖ ਰੁਪਏ ਦੀ ਮਸ਼ੀਨ ਰਹਿ ਜਾਏਗੀ। ਆਮ ਕਿਸਾਨ ਵੀ ਇਹਨੂੰ ਖਰੀਦ ਸਕਦਾ ਹੈ, ਆਮ ਕਿਸਾਨ ਦੇ ਤੱਕ ਪਹੁੰਚ ਜਾਏਗੀ ਮਸ਼ੀਨ। ਇਹਦੀ ਕੀਮਤ ਤੁਸੀਂ ਕਿੰਨੀ ਕੁ ਰੱਖੀ ਹੈ ਉਦਾਂ ਜੇ ਆਪਾਂ ਗੱਲ ਕਰੀਏ? ਇਹਦੀ ਸਰ ਕੀਮਤ 5 ਲੱਖ ਰੁਪਏ ਹੈ ਜੀ। ਤੇ ਤੁਸੀਂ ਸਬਸਿਡੀ ਕਿੰਨੀ ਕੁ ਚਾਹੁੰਦੇ ਸੀਗੇ? ਸਬਸਿਡੀ ਸਰ ਇੱਕੋ ਜੀ ਆ ਸਰਕਾਰ ਦਿੰਦੀ। ਜੇ ਤਾਂ ਇੱਕ ਬੰਦੇ ਨੇ ਕੋਈ ਸੰਦ ਖਰੀਦਣਾ ਹੈਗਾ ਤੇ ਉਹਦੇ ਵਾਸਤੇ ਉਹ 50% ਸਬਸਿਡੀ ਦਿੰਦੀ ਹੈ। ਅਗਰ ਜੇ ਉਹ ਸੋਸਾਇਟੀ ਬਣਾ ਲੈਂਦਾ, 8-10 ਬੰਦੇ ਰਲ ਕੇ, 8-9 ਬੰਦੇ ਰਲ ਕੇ ਉਹ ਸੋਸਾਇਟੀ ਇੱਕ ਬਣਾ ਕੇ ਰਜਿਸਟਰ ਕਰਾ ਲੈਂਦੇ ਨੇ, ਫਿਰ ਉਹਨਾਂ ਨੂੰ 80% ਸਬਸਿਡੀ ਮਿਲੇਗੀ। ਤੇ 80% ਨਾਲ ਤਾਂ ਫਿਰ ਤੁਸੀਂ ਦੇਖ ਲਓ, ਫਿਰ ਆਪੀ 1.5 ਲੱਖ ਰੁਪਏ ਦੀ ਮਸ਼ੀਨ ਰਹਿ ਗਈ ਨੇ। ਅੱਛਾ, ਇਹ ਮਸ਼ੀਨ ਜਦ ਮੈਂ ਵਰਕ ਦੇਖ ਰਿਹਾ ਕਿ ਬਹੁਤ ਬਰੀਕ ਜਿਹੜੀ ਹੈ ਪਰਾਲੀ ਬਣਾਉਂਦੀ ਹੈ, ਤਾਂ ਇਹ ਮੈਨੂੰ ਲੱਗਦਾ ਕਿ ਅਜੇ ਕੱਟਣ ਵਾਲੀ ਹੈ ਇਧਰਲੇ ਪਾਸੇ, ਕਿ ਇਹ ਕੱਟੀ ਹੋਈ ਹੈ ਜੀ? ਇਹ ਸਰ ਆਹ ਤਾਂ ਪਰਾਲੀ ਕੱਟੀ ਪਈ ਹੈ ਜੀ। ਅੱਛਾ, ਆਹ ਤਾਂ ਦੇਖ ਲਓ, ਆਹ ਤੂੜੀ ਬਣ ਗਈ, ਤੂੜੀ ਬਣ ਗਈ ਹੈ। ਆਹ ਤਾਂ ਤੂੜੀ ਬਣੀ ਪਈ ਹੈ ਜੀ, ਉਹ ਅੱਗੇ ਵਾਲੀ ਕੱਟਣ ਵਾਲੀ ਹੈ, ਉਹ ਰੀਪਰ ਹੋਇਆ ਹੈ। ਦਿਖਾ ਦਿਓ ਇੱਕ ਵਾਰੀ, ਕਿਉਂਕਿ ਇਹਨਾਂ ਦੋਵਾਂ 'ਚ ਡਿਫਰੈਂਸ ਪਤਾ ਲੱਗ ਜੂ। ਕਿਉਂਕਿ ਆਹ ਦੇਖੋ ਕਿ ਐਂ ਲੱਗਦਾ ਕਿ ਜਿਵੇਂ ਕੋਈ ਗਰਾਊਂਡ ਹੀ ਹੁੰਦੀ ਹੈ, ਕਿ ਇਹ ਇੰਨੀ ਬਰੀਕ ਤਾਂ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਤਾਂ ਕੋਈ ਇਹੋ ਜਿਹੀ ਦੇਖੀ ਨਹੀਂ ਮਸ਼ੀਨ ਜਿਹੜੀ ਤਿਆਰ ਕੀਤੀ ਹੋਵੇ। ਸਰਕਾਰਾਂ ਰੌਲਾ ਪਾਉਂਦੀਆਂ, ਪਿੱਟ ਸਿਆਪਾ ਕਰਦੀਆਂ, ਉਧਰ ਕੇਂਦਰ ਦੇ ਵਿੱਚ ਇਹ ਰੌਲਾ ਬੜਾ ਚੱਲਣ ਦਿਆ ਕਿ ਪਰਾਲੀ ਦਾ ਧੂੰਆਂ ਸਾਰਾ ਪੰਜਾਬ ਹਰਿਆਣੇ ਦਾ ਉਧਰ ਨੂੰ ਆਉਂਦਾ, ਤੇ ਜਦੋਂ ਹੱਲ ਕੱਢਿਆ ਤੇ ਹੱਲ ਵੱਲ ਆਉਂਦੇ ਨਹੀਂ। ਸਰ ਮੇਰੀ ਸੋਚ ਸੀ ਵੀ ਜਦੋਂ ਇਹ ਮਸ਼ੀਨ ਕਾਮਯਾਬ ਹੋ ਗਈ ਨਾ, 100% ਮੈਂ ਮਸ਼ੀਨ ਕਾਮਯਾਬ ਕਰ ਲਈ, ਤਾਂ ਫਿਰ ਮੈਂ ਸਰਕਾਰ ਨੂੰ ਕਹਿਣਾ। ਮੈਂ ਉਹ ਥੋੜੀ ਅੱਧੀ ਮਸ਼ੀਨ ਕਾਮਯਾਬ ਕਰਕੇ ਤੇ ਫਿਰ ਨਹੀਂ ਜਾਣਾ, ਕਿਉਂਕਿ ਫਿਰ ਉਹਨਾਂ ਕੋਲ ਇੱਕ ਗੱਲ ਹੋ ਜਾਂਦੀ, ਯਾਰ ਇਹ ਤਾਂ ਕਾਮਯਾਬ ਨਹੀਂ। ਹੁਣ ਮੈਂ ਤਾਂ ਕਹਿਣਾ ਹੀ ਹੈ ਜੀ, ਮੇਰੀ ਮਸ਼ੀਨ 100% ਕਾਮਯਾਬ। ਪਰ ਕਿਸਾਨਾਂ ਦੇ ਜਿਨ੍ਹਾਂ ਦੇ ਅਸੀਂ ਡੈਮੋ ਕਰਨ ਵਗੈਰਾ ਜਾਂਦੇ ਨਾ, ਉਹ ਕਹਿੰਦੇ 100% ਤੁਸੀਂ ਕਹਿੰਦੇ ਆ ਤਾਂ ਮਸ਼ੀਨ ਤੁਹਾਡੀ 120% ਕਾਮਯਾਬ ਆ। ਅੱਛਾ, ਕਿਸਾਨ ਕਹਿੰਦੇ ਵੀ ਸੈੱਟ ਆ, ਪੂਰੀ ਕਾਮਯਾਬ ਆ ਜੀ ਕਹਿੰਦੇ। ਪਰ ਤੁਸੀਂ ਇਹ ਤੇ ਸਬਸਿਡੀ ਲੈ ਦਿਓ ਤੇ ਮਸ਼ੀਨਾਂ ਖਰੀਦਣ ਨੂੰ ਅਸੀਂ ਖੜੇ ਆ। ਅੱਛਾ, ਤੁਸੀਂ ਗ੍ਰੀਨ ਟ੍ਰਿਬਿਊਨਲ ਜਾਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਹੋਣ ਜਾਂ ਕਾਹਨ ਸਿੰਘ ਪੰਨੂ ਹੋਣਾ ਤੋਂ ਵੀ ਤੁਸੀਂ ਦੱਸ ਰਹੇ ਸੀਗੇ ਗਏ ਆ ਅਸੀਂ ਉੱਥੇ, ਤੇ ਉਹ ਕਿਦਾਂ ਦਾ ਵਤੀਰਾ ਸੀਗਾ ਫਿਰ ਉਹਨਾਂ ਦਾ? ਸਰ ਲੁਧਿਆਣੇ ਤੋਂ ਬਾਅਦ ਫਿਰ ਮੈਂ ਕਿਹਾ ਵੀ ਨਹੀਂ ਇਹ ਗੱਲ ਸੁਣਦੇ, ਤਾਂ ਫਿਰ ਮੈਂ ਕਾਹਨ ਸਿੰਘ ਪੰਨੂ ਚੰਡੀਗੜ੍ਹ ਮੈਂ ਕਿਹਾ ਜੀ ਉੱਪਰ ਉਹਨਾਂ ਕੋਲ ਜਾਂਦੇ ਆ, ਉਹਨਾਂ ਤੇ ਪਹੁੰਚ ਕੀਤੀ ਜੀ। ਉੱਥੇ ਅਸੀਂ ਗਏ ਤਾਂ ਉਹਨਾਂ ਨੂੰ ਕਿਹਾ ਜੀ ਮੈਂ ਪਰਾਲੀ ਦੇ ਮੁੱਦੇ ਤੇ ਮੈਂ ਕੰਮ ਕਰ ਰਿਹਾ ਜੀ, 10-11 ਸਾਲ ਹੋ ਚੱਲੇ ਨੇ, ਤੇ ਮੈਂ ਇੱਕ ਪਰਾਲੀ ਨੂੰ ਸਾਂਭ ਸੰਭਾਲ ਕਰਨ ਵਾਸਤੇ ਇੱਕ ਕਾਮਯਾਬ ਮਸ਼ੀਨ ਤਿਆਰ ਕੀਤੀ ਹੈ ਜੀ, ਤੇ ਉਹਦੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਹੈਗੀ। ਉਹ ਕਹਿੰਦੇ ਜੀ ਮੈਂ ਨਾ ਤਾਂ ਮੈਨੂੰ ਪਰਾਲੀ ਦਾ ਪਤਾ ਕੀ ਹੁੰਦੀਆਂ, ਨਾ ਮੈਨੂੰ ਪਤਾ ਮਸ਼ੀਨਾਂ ਕੀ ਹੁੰਦੀਆਂ, ਇਹ ਲੁਧਿਆਣੇ ਵਾਲਿਆਂ ਨੂੰ ਪਤਾ, ਉੱਥੇ ਜਾ ਕੇ ਰੌਲਾ ਰੂਲਾ ਪਾਓ ਨਾ, ਮੇਰੇ ਕੋ ਇੱਥੇ ਆਉਣ ਦੀ ਲੋੜ ਆ। ਮੈਂ ਤੇ ਮੇਰਾ ਦੋਸਤ ਹੀ, ਅਸੀਂ 2 ਜਣੇ ਗਏ ਸੀ, ਕਹਿੰਦੇ 2 ਜਣੇ ਤੁਸੀਂ ਆ ਜਾਂਦੇ, ਮੇਰੇ ਕੋਲ ਟਾਈਮ ਆ 2 ਜਣਿਆਂ ਦੀ ਗੱਲ ਸੁਣਦਾ, ਮੇਰੇ ਕੋਲ ਨਹੀਂ ਆਉਣ ਦੀ ਲੋੜ। ਉਹਨਾਂ ਦੀ ਆਹ ਵਰਡਿੰਗ ਸੀਗੀ ਜੀ, ਰੀਅਲ ਵਰਡਿੰਗ ਉਹਨਾਂ ਦੀ ਇਹ ਸੀਗੀ। ਤਾਂ ਅਸੀਂ ਫਿਰ ਉੱਥੋਂ ਨਿਰਾਸ਼ ਹੋ ਕੇ ਆ ਗਏ ਜੀ। ਉਸ ਤੋਂ ਬਾਅਦ ਫਿਰ ਕਿੱਥੇ ਜਾਣਾ ਸੀਗਾ ਜੀ। ਹੁਣ ਅਸੀਂ CM ਚੰਨੀ ਸਾਹਿਬ ਦਾ ਪਤਾ ਲੱਗਾ ਜੀ ਪਿੱਛੇ 30 ਤਰੀਕ ਨੂੰ ਜਲੰਧਰ ਦੇ ਵਿੱਚ ਆ ਰਹੇ ਨੇ, ਤੇ ਉਸ ਤੋਂ ਉੱਪਰ ਤੇ ਉਹੀ ਇੱਕ ਆਪਸ਼ਨ ਆ ਸਾਡੇ ਕੋਲ। ਤਾਂ ਉਹਨਾਂ ਨੂੰ ਮਿਲਣ ਵਾਸਤੇ ਅਸੀਂ ਬੜੀ ਕੋਸ਼ਿਸ਼ ਕੀਤੀ, ਦੇਵੀ ਤਲਾ ਮੰਦਿਰ ਵੀ ਗਏ ਜੀ, ਇਹ ਸਾਨੂੰ ਪਤਾ ਲੱਗਾ ਪਹਿਲਾਂ ਉੱਥੇ ਆ ਰਹੇ ਨੇ। ਉੱਥੇ ਅਸੀਂ ਗੇਟ ਤੇ ਗਏ ਜੀ, ਉੱਥੇ ਉਹ ਸਿਕਿਉਰਿਟੀ ਨੇ ਸਾਨੂੰ ਐਂਟਰੀ ਨਹੀਂ ਦਿੱਤੀ ਜੀ।
ਤਾਂ ਅਸੀਂ ਦੱਸਿਆ ਵੀ ਰਿਕਵੈਸਟ ਵੀ ਉਹਨਾਂ ਨੂੰ ਕੀਤੀ, ਆਪਦੇ ਡਾਕੂਮੈਂਟਸ ਵੀ ਦਿਖਾਈ, ਆ ਦੇਖੋ ਇਸ ਸੰਬੰਧ ਦੇ ਵਿੱਚ ਹੀ ਅਸੀਂ ਮਿਲਣਾ, ਬਸ ਉਹਨਾਂ ਨਾਲ 1 ਮਿੰਟ ਦੀ ਗੱਲ ਆ ਤਾਂ ਫਾਈਲ ਅਸੀਂ ਦੇ ਦੇਣੀ। ਨਹੀਂ ਫਿਰ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਉਧਰ ਕੋਟੇ 'ਚ ਸਟੇਡੀਅਮ ਜਾਣਾ, ਉੱਥੇ ਕੋਈ ਇਹਨਾਂ ਨੇ ਸ਼ੋਅ ਪ੍ਰਦਰਸ਼ਨ ਕਰਨਾ ਜੀ ਗੋਲਕੀਪਰੀ ਦਾ, ਤੇ ਅਸੀਂ ਚਲੋ ਉੱਥੇ ਟਰਾਈ ਕਰਦੇ ਹਾਂ ਜੀ। ਫਿਰ ਅਸੀਂ ਉੱਥੇ ਗਏ, ਉੱਥੇ ਵੀ ਸਿਕਿਉਰਿਟੀ ਨੇ ਨਹੀਂ ਸਾਨੂੰ ਜਾਣ ਦਿੱਤਾ ਜੀ। ਫਿਰ ਅਸੀਂ ਉੱਥੇ ਦਰਖਸ਼ਾਂ ਵਿੱਚ ਬਹਿ ਕੇ ਉਹਨਾਂ ਦਾ ਫਿਰ ਜਿਹੜਾ ਸ਼ੋਅ ਪ੍ਰਦਰਸ਼ਨ ਸੀ, ਉਹ ਪ੍ਰਗਟ ਸਿੰਘ ਜੀ ਗੋਲ ਕਰ ਰਹੇ ਸੀ ਤੇ ਉਹ ਗਾੜੀ ਗੋਲਕੀਪਰ ਸੀ ਡੱਕ ਰਹੇ ਸੀ, ਉਹ ਅਸੀਂ ਦੇਖ ਕੇ ਤੇ ਫਿਰ ਘਰ ਨੂੰ ਆ ਗਏ ਜੀ। ਖੇਡ ਬੱਲ ਕੇ ਉਹ ਵੀ ਵਾਪਸ ਚਲੇ ਗਏ, ਪਰ ਆਮ ਲੋਕਾਂ ਨਾਲ ਉਹਨਾਂ ਵੀ ਰਾਬਤਾ ਨਹੀਂ ਕੀਤਾ ਕੋਈ ਜੀ। ਨਹੀਂ, ਸਾਡੇ ਨਾਲ ਉੱਥੇ ਕੋਈ ਨਹੀਂ, ਸਿਕਿਉਰਿਟੀ ਨੇ ਨਹੀਂ ਲੱਗੇ ਲੱਗਣ ਦਿੱਤਾ। ਨਹੀਂ ਜੀ, ਅਸੀਂ ਬੜੀ ਕੋਸ਼ਿਸ਼ ਕੀਤੀ, 2 ਟਰਾਈ ਕੀਤੀ, ਪਰ ਨਹੀਂ ਸਿਕਿਉਰਿਟੀ ਨੇ ਲਾਗੇ ਨਹੀਂ ਲੱਗਣ ਦਿੱਤਾ। ਕਹਿੰਦੇ ਪਾਸ ਲਿਆਓ ਜੇ ਮਿਲਣਾ, ਤੇ ਪਾਸ ਹੁਣ ਕਿੱਥੋਂ ਬਣਾਈਏ ਜੀ, ਨਾ ਕੋਈ ਸਾਨੂੰ ਇਹਦੇ ਬਾਰੇ ਗਿਆਨ ਨਾ ਜਾਣਾ। ਅੱਛਾ, ਹੁਣ ਕੁੱਲ ਮਿਲਾ ਕੇ ਕਰਜ਼ਾ ਕਿੰਨਾ ਕਿਆ ਸਿਰ ਤੇ ਹੁਣ ਇਹਦਾ ਕੋਈ ਆਸ ਹੈਗੀ ਹੈ ਲੱਥਣ ਬਾਰੇ, ਕਿ ਇਹ ਕਿੱਦਾਂ ਲੱਥੂਗਾ ਜਾਂ ਕੀ ਹੋਣਾ ਇਹਦਾ? ਸਰ ਮੈਂ 80 ਲੱਖ ਰੁਪਇਆ ਜੀ ਹੁਣ ਟੋਟਲ ਜਿਹੜਾ ਮੈਂ ਦੇਣ ਵਾਲਾ ਜੀ, ਤੇ ਨਿਰਾਸ਼ਾ ਹੋਏ ਪਏ ਆ, ਤੇ ਕਾਰੋਬਾਰ ਇਸ ਵਕਤ ਮੈਂ ਬੰਦ ਕਰਤਾ, ਕਿਉਂਕਿ ਜੇ ਅਸੀਂ ਕਾਰੋਬਾਰ ਕਰਦੇ ਆ, ਮਸ਼ੀਨਾਂ ਦੀ ਡਿਮਾਂਡ ਤਾਂ ਹੈ ਸਾਡੇ ਕੋਲ, ਪਰ ਸਾਡੇ ਕੋਲ ਪੈਸਾ ਨਹੀਂ ਹੈ ਕੋਈ ਵੀ ਲਾਉਣ ਵਾਸਤੇ। ਤਾਂ ਹੁਣ ਪੈਸਾ ਕੋਲ ਹੋਏਗਾ, ਲਾਵਾਂਗੇ ਤੇ ਫੇਰ ਹੀ ਗਾੜੀ ਕਾਰੋਬਾਰ ਕਰਾਂਗੇ ਨਾ ਜੀ। ਤੇ ਉਹ ਹੁਣ ਪੈਸਾ ਲਾਉਣ ਵਾਸਤੇ ਜਿਹੜਾ 80 ਲੱਖ ਰੁਪਇਆ, ਉਹਦੇ ਬਾਰੇ ਸੋਚ ਰਹੇ ਆ, ਕੰਮ ਬਾਰੇ ਨਹੀਂ ਸੋਚ ਰਹੇ ਇੰਨਾ ਜ਼ਿਆਦਾ। ਤੇ 80 ਲੱਖ ਰੁਪਇਆ ਲਾਉਣ ਲਈ ਮੇਰੇ ਕੋਲ 2 ਹੀ ਆਪਸ਼ਨਾਂ ਨੇ ਜੀ, ਜਾਂ ਤਾਂ ਮੈਂ ਆਪਣੀ ਪ੍ਰਾਪਰਟੀ, ਥੋੜੀ ਜਿਹੀ ਮੇਰੇ ਕੋਲ ਪ੍ਰਾਪਰਟੀ ਹੈ, ਤੇ ਉੱਥੇ ਸ਼ਹਿਰ ਸੁਲਤਾਨਪੁਰ ਦੇ ਲਾਗੇ ਮੇਰੇ ਕੋਲ ਪਲਾਟ ਆ ਛੋਟਾ ਜਿਹਾ, ਉਹਦੇ ਵਿੱਚ ਹੀ ਮੈਂ ਵਰਕਸ਼ਾਪ ਲਾਈ ਆ, ਉੱਥੇ ਹੀ ਮੇਰਾ ਘਰ ਵਾ। ਤੇ ਜਾਂ ਤਾਂ ਮੈਂ ਸਾਰੀ ਪ੍ਰਾਪਰਟੀ ਸੇਲ ਕਰ ਦੇਵਾਂ ਤੇ ਕਰਜ਼ਾ ਲਾ ਕੇ ਤੇ ਆਪ ਕਿਤੇ ਰੈਂਟ ਤੇ ਰਹਿ ਲਾਂ। ਤੇ ਜਿੱਦਾਂ ਫਿਰ ਲੋਕ ਕਿਸਾਨ ਕਰਦੇ ਨੇ ਵੀ ਕਰਜ਼ਾ ਸਿਰ ਹੋ ਗਿਆ, ਸੁਸਾਈਡ ਕਰ ਲਿਆ, ਤੇ ਉਹ ਆਪਸ਼ਨ ਆ, ਪਰ ਉਹ ਆਪਸ਼ਨ ਮੈਂ ਅਪਣਾਉਣੀ ਨਹੀਂ ਚਾਹੁੰਦਾ, ਪਰ ਮਜਬੂਰੀਆਂ ਬਹੁਤ ਕੁਝ ਕਰਵਾ ਦਿੰਦੀਆਂ ਨੇ ਜੀ। ਤੇ ਮੈਂ ਇੱਕ ਹੋਰ ਤੁਹਾਨੂੰ ਸੁਣਾਉਣਾ ਜੀ ਆਪਦੀ ਹੱਡ ਬੀਤੀ। ਮੇਰਾ ਬੇਟਾ 10 ਸਾਲ ਦਾ ਜੀ, 5ਵੀਂ ਕਲਾਸ 'ਚ ਇਸ ਵਕਤ ਪੜ੍ਹ ਰਿਹਾ। ਉਹ ਕੈਮਰਿਕ ਸਕੂਲੇ ਪੜ੍ਹ ਰਿਹਾ ਸੀ, ਚੰਗੇ ਸਕੂਲੇ ਮੈਂ ਲਾਇਆ ਵੀ ਚਲੋ ਉਹਦਾ ਭਵਿੱਖ ਬਣ ਜਾਏਗਾ, ਪਰ ਮੈਂ ਕਰਜ਼ੇ ਦੇ ਦੁੱਖੋਂ ਤੰਗ ਆਣ ਕੇ ਉਹਨੂੰ ਸਰਕਾਰੀ ਸਕੂਲੇ ਲਾਤਾ ਜੀ, ਕਿਉਂਕਿ ਮੈਂ ਪ੍ਰਾਈਵੇਟ ਸਕੂਲ ਦੀ ਫੀਸ ਹੀ ਨਹੀਂ ਦੇ ਪਾ ਰਿਹਾ, ਖਰਚੇ ਨਹੀਂ ਕਰ ਰਿਹਾ, ਤਾਂ ਉਹਨੂੰ ਮੈਂ ਸਰਕਾਰੀ ਸਕੂਲੇ ਇਸ ਵਕਤ ਪੜ੍ਹਨ ਲਾਇਆ। ਉਹਦਾ ਜਿੱਦਾਂ ਦਾ ਭਵਿੱਖ ਹੋਏਗਾ ਦੇਖੀ ਜਾਏਗੀ, ਸਰਕਾਰੀ ਸਕੂਲੇ ਕਿੱਦਾਂ ਦਾ ਪੜ੍ਹ ਜਾਂਦਾ ਕਿੱਦਾਂ ਨਹੀਂ, ਉਹ ਤਾਂ ਕਿਸਮਤ ਦਾ ਨਾ। ਪਰ ਇੱਕ ਵਾਰ ਤਾਂ ਸਾਡਾ ਸਾਰੇ ਪਰਿਵਾਰ ਦਾ ਭਵਿੱਖ ਜਿਹੜਾ ਵਾ ਉਹ ਖਤਰੇ 'ਚ ਦਾਉਣ ਤੇ ਹੈ। ਇਸ ਵਕਤ ਅਸੀਂ ਕਹਿ ਲਓ ਵੀ ਸਾਰੀ ਪ੍ਰਾਪਰਟੀ ਦਾ ਆਪ ਵੀ ਵਿਕੇ ਹੀ ਪਏ ਆ। ਫਿਰ ਵੀ ਤੁਸੀਂ ਹੌਸਲਾ ਰੱਖੋ, ਕਿਉਂਕਿ ਜੋ ਤੁਸੀਂ ਕਾਢ ਕੱਢਤੀ ਆ, ਇਹ ਤਾਂ ਸਰਕਾਰਾਂ ਸਾਡੀਆਂ ਆਨੀਆਂ ਨੇ ਕਿ ਜਿਨ੍ਹਾਂ ਨੂੰ ਦਿਸ ਨਹੀਂ ਰਿਹਾ ਏ, ਪਰ ਇਹ ਜੋ ਸ਼ਾਨਦਾਰ ਤਰੀਕੇ ਨਾਲ ਤੁਸੀਂ ਆਪਣੀ ਦਿਮਾਗ ਲਾ ਕੇ ਮਸ਼ੀਨ ਬਣਾਈ ਆ, ਇਹਦੇ ਵਰਗੀ ਵਾਕਈ ਮਸ਼ੀਨ ਕੋਈ ਨਹੀਂ ਹੈਗੀ। ਤਾਂ ਤੁਸੀਂ ਉਹ ਨੋਟਿਸ ਵੀ ਦਿਖਾ ਰਹੇ ਸੀ ਕਿ ਬੈਂਕਾਂ ਵਾਲਿਆਂ ਨੇ ਤਾਂ ਨੋਟਿਸ ਕੱਢਤੇ। ਆਹ ਨੋਟਿਸ ਨੇ ਜੀ, ਆਹ ਬੈਂਕਾਂ ਦੇ ਨੋਟਿਸ ਨੇ ਜੀ, 2 ਹੀ ਮੈਂ ਜੇ ਲੈ ਕੇ ਆਇਆ, ਬਾਕੀ ਘਰ ਪਏ ਨੇ। ਤੇ ਇਹ ਹੁਣ ਬੈਂਕਾਂ ਦੇ ਤੋਂ ਦੇਖੋ ਜੀ, ਅਸੀਂ ਲੈਣਾ ਹੀ, ਉਹਨਾਂ ਨੇ ਤਾਂ ਸਾਨੂੰ ਮਾਫ ਕਰ ਹੀ ਨਹੀਂ ਦੇਣਾ ਹੈਗਾ। ਉਹਨਾਂ ਨੂੰ ਤਾਂ ਜਿੱਥੋਂ ਅਸੀਂ ਮਰਜ਼ੀ ਦਈਏ ਉਹਨਾਂ ਨੂੰ ਤਾਂ ਦੇਣਾ ਹੀ ਹੈਗਾ, ਨਹੀਂ ਤਾਂ ਸਾਡੀਆਂ ਜਿਹੜੀਆਂ ਪ੍ਰਾਪਰਟੀਆਂ ਰੱਖੀਆਂ ਨੇ, ਜਿਨ੍ਹਾਂ ਦੇ ਅਸੀਂ ਲੋਨ ਲਿਮਟਾਂ ਬਣਾਈਆਂ ਹੋਏ ਨੇ, ਉਹ ਹੜੱਪ ਕਰਨਗੇ, ਉਹਨਾਂ ਦੀ ਕੁਰਕੀ ਕਰਕੇ ਵੇਚ ਦੇਣਗੇ, ਉਹਦਾ ਆਪਦੀ ਰਿਕਵਰੀ ਕਰਨਗੇ, ਤਾਂ ਅਸੀਂ ਘਰੋਂ ਬੇਕਾਰ ਹੋਵਾਂਗੇ। ਤੁਸੀਂ ਦੱਸ ਰਹੇ ਸੀ ਘਰ ਤੇ ਵੀ ਤੁਸੀਂ ਲੋਨ ਲਿਆ ਵਾ, ਉਹਦੇ ਤੇ ਵੀ ਨੋਟਿਸ ਨਿਕਲ ਗਏ ਨੇ? ਹਾਂਜੀ, ਉੱਤੇ ਵੀ ਨੋਟਿਸ ਆ ਜੀ, ਅੱਗੇ ਕੁਰਕੀ ਦੇ ਆਰਡਰ ਆਏ ਨੇ। ਉਹ ਫਿਰ ਜਿੱਦਾਂ ਮੈਂ 4 ਕਨਾਲਾਂ ਜ਼ਮੀਨ ਵੇਚ ਇੱਕ ਵਾਰ ਰੈਗੂਲਰ ਕੀਤਾ ਵੀ ਚਲੋ ਸ਼ਾਇਦ ਮੈਂ ਆਸ ਰੱਖਦਾ ਵੀ ਸ਼ਾਇਦ ਕੋਈ, ਜਿੱਦਾਂ CM ਚੰਨੀ ਸਾਹਿਬ ਮਤਲਬ ਵਧੀਆ ਨੇਚਰ ਦੇ ਲੱਗਦੇ ਨੇ, ਪਬਲਿਕ ਵਿੱਚ ਆਉਂਦੇ ਨੇ, ਕੋਈ ਕਿਸੇ ਨੂੰ ਦੁੱਖ ਤਕਲੀਫ ਹੁੰਦੀ ਹੈ, ਉਹ ਜਾਂਦਾ ਤਾਂ ਬਾਹਰ ਆਣ ਕੇ ਕੰਧ ਤੇ ਬਹਿ ਕੇ ਉਹਨਾਂ ਦੀ ਦੁੱਖ ਤਕਲੀਫ ਸੁਣ ਲੈਂਦੇ ਨੇ, ਮੌਕੇ ਤੇ ਹੱਲ ਕਰ ਲੈਂਦੇ ਨੇ। ਚਲੋ ਮੈਂ ਕਹਿੰਦਾ ਜੀ ਤੁਹਾਡੇ ਮੀਡੀਆ ਦੇ ਥਰੂ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਏ ਹੋ, ਤੁਹਾਨੂੰ ਪਤਾ ਲੱਗਾ, ਤੇ ਤੁਹਾਡੇ ਥਰੂ ਹੀ ਸਾਡੀ ਉਹਨਾਂ ਤੱਕ ਗੱਲ ਪਹੁੰਚ ਜਾਵੇ, ਤੇ ਉਹ ਸਾਡੇ ਨਾਲ ਕੋਈ ਮੀਟਿੰਗ ਰੱਖ ਲੈਣ, ਜਾਂ ਕਿਸ ਤਰ੍ਹਾਂ ਵੀ ਹੈ ਕੋਈ ਟੀਮ ਭੇਜ ਦੇਣ ਤੇ ਵਿਜ਼ਿਟ ਕਰਨ ਵਾਸਤੇ, ਤਾਂ ਉਹ ਸਾਡਾ ਮਸਲਾ, ਕਿਉਂਕਿ ਸਾਡਾ ਮਸਲਾ ਹੁਣ ਉਹੀ ਹੱਲ ਕਰ ਸਕਦੇ ਨੇ, ਇੱਕ ਤਾਂ ਇਹਨੂੰ ਪਾਸ ਕਰਨ ਵਾਲਾ ਤੇ ਦੂਸਰਾ ਕਰਜ਼ੇ ਵਾਲਾ। ਹੋਰ ਸਾਨੂੰ ਕੋਈ ਆਪਸ਼ਨ ਨਹੀਂ ਹੈ ਕਿਸੇ ਤੋਂ ਉਮੀਦ, ਕਿਸੇ ਅਫਸਰ ਤੋਂ ਜਾਂ ਕਿਸੇ ਤੋਂ ਉਮੀਦ ਨਹੀਂ ਹੈ, ਨਾ ਕਿਸੇ ਮੰਤਰੀ ਤੋਂ ਉਮੀਦ ਹੈ। ਮੈਂ ਬਹੁਤ ਜ਼ਿਆਦਾ ਭੱਜ ਨੱਠ ਕਰ ਚੁੱਕਾ ਜੀ, ਇੰਨੀ ਮੇਰੇ 'ਚ ਪਹੁੰਚ ਹੀ ਨਹੀਂ ਸੀ, ਨਾ ਮੈਨੂੰ ਇੰਨਾ ਗਿਆਨ, ਤਾਂ ਨਾ ਮੇਰੇ 'ਚ ਹਿੰਮਤ ਸੀ ਜਿੰਨੀ ਮੈਂ ਭੱਜ ਨੱਠ ਤੇ ਕਰ ਚੁੱਕਾ, ਤਾਂ ਔਰ ਜਿੰਨਾ ਮੈਂ ਜਿਗਰਾ ਕਰ ਚੁੱਕਾ। ਜੋ ਲੀਡਰ ਦਿਖਦੇ ਆ ਵੀਡੀਓ 'ਚ, ਕੈਮਰਿਆਂ ਤੇ ਜੋ ਦੇਖਦੇ ਆ, ਜੋ ਲੋਕਾਂ 'ਚ ਹੁੰਦੇ ਨੇ, ਤੁਸੀਂ ਤਾਂ ਇਹਨਾਂ ਨੂੰ ਨੇੜਿਓਂ ਦੇਖਿਆ, ਇਹ ਉਦਾਂ ਦੇ ਹੈਗੇ ਨੇ ਕਿ ਜਾਂ ਬਸ ਗੱਲਾਂ ਵਾਲੇ ਹੀ ਨੇ? ਕਹਿੰਦੇ ਜ਼ਮੀਨ ਅਸਮਾਨ ਦਾ ਫਰਕ ਆ। ਮੈਂ ਕਹਿੰਦਾ ਇਹ ਜ਼ਮੀਨ ਅਸਮਾਨ ਦੇ ਨਾਲੋਂ ਵੀ ਦੁੱਗਣਾ ਫਰਕ ਆ ਜੀ ਇਹਨਾਂ ਦੀ ਕਹਿਣੀ ਚ ਕਰਨੀ ਚ। ਅਗਰ ਜੇ ਕਹਿੰਦੇ ਨੇ ਜੀ, ਅਫਸਰ ਕਹਿੰਦੇ ਨੇ ਜਾਂ ਮੰਤਰੀ ਕਹਿੰਦੇ ਨੇ ਜੀ, ਮੈਂ ਕਹਿੰਦਾ ਜੀ ਉਹ ਚੋਂ 10% ਵੀ ਕਰ ਜਾਣ ਨਾ, ਤੇ ਲੋਕਾਂ ਦੇ ਮਸਲੇ ਜਾਂ ਸਵਾਰਿਆ ਜਾ ਸਕਦਾ। ਤੇ ਨਹੀਂ ਹੈ ਹੀ ਨਹੀਂ ਇਹ ਕੁਝ ਵੀ, ਮੇਰੇ ਹਿਸਾਬ ਨਾਲ ਕੁਝ ਵੀ ਨਹੀਂ ਹੈ ਜੋ ਮੈਂ ਤੱਕ ਖਾ ਲੈਣੇ।
ਉਦਾਂ ਕਿਸੇ ਕੰਪਨੀ ਨੂੰ ਜਾਂ ਲੁਧਿਆਣੇ ਤੋਂ ਕਦੀ ਤੁਹਾਨੂੰ ਉੱਥੇ ਐਗਰੀਕਲਚਰ ਯੂਨੀਵਰਸਿਟੀ ਤੋਂ ਕਦੀ ਇਹਨਾਂ ਆ ਕੇ ਇੱਥੇ ਨਹੀਂ ਦੇਖੀ ਕਿ ਮਸ਼ੀਨ ਤੁਹਾਡੀ ਕੀ ਬਣੀ ਹੈ ਜਾਂ ਕੀ ਨਹੀਂ ਬਣਿਆ? ਸਰ ਅਸੀਂ ਐਪਲੀਕੇਸ਼ਨ ਦੇਣ ਗਏ ਸੀ ਮਸ਼ੀਨਰੀ ਵਿਭਾਗ, ਮਨਜੀਤ ਸਿੰਘ ਸੀਗਾ ਜੀ ਉਦੋਂ ਉੱਥੇ ਮਸ਼ੀਨਰੀ ਵਿਭਾਗ ਜਿਹਦੇ ਕੋਲ ਸੀਗਾ, ਤੇ ਉਹਨੂੰ ਅਸੀਂ ਮਿਲੇ ਹੀ 2 ਵਾਰ। ਫਿਰ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਫੋਨ ਵੀ ਕਰਦਾ ਰਿਹਾ, ਉਹਨਾਂ ਨੇ ਮੈਨੂੰ ਲਾਰਾ ਲਾਇਆ ਸੀ ਮੈਂ ਆਵਾਂਗਾ। ਮੈਂ ਤਾਂ ਐਪਲੀਕੇਸ਼ਨ ਦਿੱਤੀ ਸੀਗੀ ਵੀ ਅਸੀਂ ਮਸ਼ੀਨ ਤਿਆਰ ਕੀਤੀ ਇਦਾਂ ਤੇ ਤੁਸੀਂ ਦੇਖ ਲਓ, ਤੇ ਉਹਦੀ ਸਾਨੂੰ ਰਿਪੋਰਟ ਦੇ ਦਿਓ, ਟੈਸਟਿੰਗ ਰਿਪੋਰਟ ਦੇ ਦਿਓ ਵੀ ਇਹ ਮਸ਼ੀਨ ਚੱਲਣ ਵਾਲੀ ਕਿ ਨਹੀਂ ਚੱਲਣ ਵਾਲੀ, ਕੁਛ ਵੀ ਦੇ ਦਿਓ। ਤੁਸੀਂ ਨਹੀਂ ਚੱਲਣ ਵਾਲੀ ਨਹੀਂ ਦੀ ਰਿਪੋਰਟ ਦੇ ਦਿਓ, ਜੇ ਚੱਲਣ ਵਾਲੀ ਹੈ ਤੇ ਚੱਲਣ ਦੀ ਦੇ ਦਿਓ, ਤੇ ਅਸੀਂ ਉਹ ਡਾਇਰੈਕਟਰ ਦਫ਼ਤਰ ਦੇ ਕੇ ਤੇ ਚਲੋ ਕਿਸਾਨਾਂ ਨੂੰ ਸਬਸਿਡੀ ਦਿਵਾ ਦਈਏ ਤੇ ਸਾਡਾ ਵੀ ਚੱਲ ਜਾਏ, ਜਿਹੜਾ ਸਾਡਾ ਮਸਲਾ ਹੱਲ ਉਹ ਵੀ ਹੋ ਜਾਏ, ਸਾਡਾ ਕੰਮ ਵੀ ਚੱਲ ਜਾਏ, ਹੈ ਨਾ, ਸਾਰਾ ਕੁਝ ਹੀ ਕਵਰ ਹੋ ਜਾਏਗਾ। ਪਰ ਉਹ ਨਹੀਂ ਆਏ ਨਹੀਂ ਜੀ, ਉਹ ਲਾਰੇ ਲਾਉਂਦੇ ਰਹੇ ਤਾਂ ਆਏ ਨਹੀਂ ਹੈ। ਤਾਂ ਉਸ ਤੋਂ ਉੱਪਰ ਫਿਰ ਮੁੜ ਕੇ ਬਾਅਦ ਵਿੱਚ ਤਾਂ ਫਿਰ ਕਾਹਨ ਸਿੰਘ ਪੰਨੂ ਨੂੰ ਮਿਲੇ ਜੀ, ਤਾਂ ਹੋਰ ਫਿਰ ਕੀ ਕਰਨਾ ਸੀ ਜੀ। ਚਲੋ ਫਿਰ ਵੀ ਅਸੀਂ ਤੁਹਾਡੇ ਨਾਲ ਆ, ਕਿਉਂਕਿ ਜੋ ਤੁਸੀਂ ਕਾਢ ਕੱਢੀ ਹੈ। ਇੱਕ ਗੱਲ ਹੋਰ ਦੱਸੋ ਕਿ ਤੁਸੀਂ ਇੱਕ ਦੱਸ ਰਹੇ ਸੀਗੇ ਕਿ ਇੱਥੇ ਕੋਈ ਸਰਵੇ ਵੀ ਹੋਇਆ ਸੀਗਾ ਕਿ ਇਹ ਪੰਜਾਬ 'ਚ ਪਹਿਲੀ ਮਸ਼ੀਨ ਹੈ ਕਿ ਜਾਂ ਦੇਸ਼ 'ਚ ਪਹਿਲੀ ਮਸ਼ੀਨ ਹੈ ਇਹੋ ਜਿਹੀ ਬਣੀ ਹੈ? ਸਰ ਮਤਲਬ ਮੇਰੇ ਹਿਸਾਬ ਨਾਲ ਇਹ ਪਹਿਲੀ ਮਸ਼ੀਨ ਆ ਜੀ ਜਿਹੜੀ ਅਸੀਂ ਤਿਆਰ ਕੀਤੀ ਹੈ, ਔਰ ਜਿੰਨੇ ਇਹਦੇ ਵਿੱਚ ਫੰਕਸ਼ਨ ਨੇ ਅਸੀਂ ਫਿਰ ਇਹਨੂੰ ਨਾ ਪੇਟੈਂਟ ਕਰਾਉਣ ਵਾਸਤੇ ਇੱਕ ਅਪਲਾਈ ਕੀਤਾ ਸੀਗਾ, ਤੇ ਉਹ ਜਲੰਧਰ ਹੈਗਾ, ਚੰਡੀਗੜ੍ਹ ਹੈਗਾ ਦਾ ਇਦਾਰਾ ਪੇਟੈਂਟ ਦਾ, ਤੇ ਹੁੰਦੀ ਤੇ ਇਹ ਬੰਬੇੋਂ ਆ ਜੀ ਪੇਟੈਂਟ। ਤੇ ਉੱਥੇ ਅਸੀਂ ਬ੍ਰਾਂਚ 'ਚ ਗਏ ਜੀ, ਤੇ ਉਹ ਕਹਿੰਦੇ ਇੱਕ ਐਪਲੀਕੇਸ਼ਨ ਦਿਓ, ਥੋੜੀ ਜਿਹੀ ਫੀਸ ਆ ਉਹਦੀ, ਤੇ ਉਹ ਵੀ ਅਸੀਂ ਉੱਥੇ ਦੇਤੀ, ਉਹਨਾਂ ਸਾਨੂੰ ਰਸੀਦ ਦੇਤੀ, ਤੇ ਉਹ ਕਹਿੰਦੇ ਵੀ ਅਸੀਂ ਆਨਲਾਈਨ ਇਹਦੀ ਸਰਚ ਕਰਾਂਗੇ ਤੇ ਉਹਦੇ ਵਿੱਚ ਅਸੀਂ ਦੇਖਾਂਗੇ ਵੀ ਸਾਡੀਆਂ ਵੀਡੀਓ ਉਹਨਾਂ ਨੇ ਲੈ ਲਈਆਂ, ਇਹਦੇ ਸਨੈਪ ਲੈ ਲੈ, ਤੇ ਇਸ ਵਰਕ ਦੀਆਂ ਵੀ ਲੈ ਲਈਆਂ ਵੀਡੀਓ, ਵੀ ਇਸ ਤਰ੍ਹਾਂ ਦਾ ਵਰਕ ਕਰਨ ਵਾਲੀ ਕੋਈ ਦੁਨੀਆ ਦੀ ਮਸ਼ੀਨ ਹੈ, ਜੇ ਹੈ ਤਾਂ ਫਿਰ ਤੁਸੀਂ ਪੇਟੈਂਟ ਨਹੀਂ ਕਰਾ ਸਕਦੇ। ਪਰ ਉਹਨਾਂ ਨੇ ਸਾਨੂੰ ਰਿਪੋਰਟ ਦੇ ਦਿੱਤੀ ਜੀ, ਬਕਾਇਦਾ ਟੈਸਟਡ ਰਿਪੋਰਟ ਦੇ ਦਿੱਤੀ ਵੀ ਇਹਦੇ ਨਾਲ ਦੀ ਇਹ ਮਸ਼ੀਨ ਜਿਹੜੀ ਹੈਗੀ ਆ ਸਾਨੂੰ ਕਿਤੇ ਨਹੀਂ ਲੱਭੀ, ਇਦਾਂ ਦਾ ਵਰਕ ਕਰਨ ਵਾਲੀ ਮਸ਼ੀਨ ਸਾਨੂੰ ਵਰਲਡ ਉੱਪਰ ਆਨਲਾਈਨ ਕਿਤੇ ਨਹੀਂ ਮਿਲੀ। ਪੇਟੈਂਟ ਦੀ ਤਾਂ ਗੱਲ ਵੱਖਰੀ ਹੈ, ਮਿਲੀ ਨਹੀਂ ਕਿਤੇ, ਲੱਭੀ ਨਹੀਂ ਹੈ। ਮਤਲਬ ਇਹ ਦੁਨੀਆ ਦੀ ਜਿਹੜੀ ਮਸ਼ੀਨ ਤੁਸੀਂ ਬਣਾਈ ਹੈ ਇਹ ਪਹਿਲੀ ਮਸ਼ੀਨ ਹੈ। ਉਹਨਾਂ ਨੇ ਵੀ ਪਹਿਲੇ ਦਾ ਦਰਜਾ ਦਿੱਤਾ ਵੀ ਇਹ ਪਹਿਲੀ ਮਸ਼ੀਨ ਆ ਤੁਸੀਂ ਸਰਚ ਰਿਪੋਰਟ ਲੈ ਲਓ ਤੇ ਪੇਟੈਂਟ ਅਪਲਾਈ ਕਰ ਦਿਓ, ਤੁਹਾਨੂੰ ਪੇਟੈਂਟ ਮਿਲ ਜਾਏਗਾ। ਤੇ ਉਹ ਮੇਰੇ ਕੋਲ ਸਾਰੇ ਡਾਕੂਮੈਂਟਸ ਪਏ ਨੇ ਜੀ, ਤੇ ਫਿਰ ਸਾਨੂੰ ਤਕਰੀਬਨ 4-5 ਮਹੀਨੇ ਲੱਗੇ ਜੀ, ਤੇ ਉਹ ਡਾਕੂਮੈਂਟਸ ਦੇ ਦਿੱਤੇ ਅਸੀਂ ਪੇਟੈਂਟ ਵਿਭਾਗ ਨੂੰ, ਉਹਨਾਂ ਨੇ ਫਿਰ ਸਾਨੂੰ ਪੇਟੈਂਟ ਦੇ ਦਿੱਤਾ ਜੀ। ਪੇਟੈਂਟ ਸਰਟੀਫਿਕੇਟ ਸਾਡੇ ਕੋਲ ਹੈ। ਅੱਛਾ, ਇਹ ਤੁਸੀਂ ਦੱਸ ਰਹੇ ਕਿ 5 ਤਰੀਕਿਆਂ ਨਾਲ ਕੰਮ ਕਰਦੀ ਆ। 2 ਤਰੀਕੇ ਤਾਂ ਅਸੀਂ ਦੇਖ ਲਏ ਇਹਦੇ ਕਿ ਇਹ ਹਵਾ 'ਚ ਵੀ ਸਿੱਟ ਦਿੰਦੀ ਆ ਤੂੜੀ ਨੂੰ ਤੇ ਟਰਾਲੀ 'ਚ ਵੀ ਸਿੱਟ ਦਿੰਦੀ ਆ, ਤੇ ਹੋਰ 3 ਕਿਹੜੇ ਫੰਕਸ਼ਨ ਨੇ ਇਹਦੇ? ਪਹਿਲਾ ਫੰਕਸ਼ਨ ਮੈਂ ਤੈਨੂੰ ਸਾਰੇ ਕਹਿ ਦਿੰਦਾ। ਪਹਿਲਾ ਫੰਕਸ਼ਨ ਹੈ ਜਦੋਂ ਆਪਣਾ ਝੋਨਾ ਕੱਟਿਆ ਜਾਂਦਾ, ਉਸ ਤੋਂ ਬਾਅਦ ਜਿਹੜੇ ਮੁੱਢ ਖੜੇ ਰਹਿ ਜਾਂਦੇ ਨੇ, ਉਹ ਮੁੱਢ ਖੜਿਆਂ ਨੂੰ ਕੱਟ ਕੇ ਜ਼ਮੀਨ ਤੇ ਬਰੀਕ ਆਪਣੀ ਚੁਆਇਸ ਆ, ਜਿੰਨੇ ਬਰੀਕ ਤੁਸੀਂ ਕਰਨੇ ਆ ਉਸ ਹਿਸਾਬ ਨਾਲ ਇਹਦੀ ਸੈਟਿੰਗ ਕਰਕੇ ਬਰੀਕ ਕਰਕੇ ਜ਼ਮੀਨ ਤੇ ਵੀ ਖਿਲਾਰ ਸਕਦੇ ਆ, ਔਰ ਉਹਨੂੰ ਬਾਕੀ ਸਾਧਨ ਜਿਹੜੇ ਆਪਣੇ ਕੋਲ ਹੈਗੇ ਨੇ, ਹਾਲ ਤਵੀਆਂ, ਰੂਟਾਵੇਟਰ, ਉਹਨਾਂ ਨਾਲ ਜ਼ਮੀਨ 'ਚ ਮਿਕਸ ਕਰਕੇ ਤਾਂ ਆਪਾਂ ਜਿਹੜੀ ਮਰਜ਼ੀ ਫਸਲ ਲਗਾ ਸਕਦੇ, ਔਰ ਫਿਰ ਬਾਇਓ ਖਾਦ ਦਾ ਵੀ ਕੰਮ ਮਿਲ ਜਾਂਦਾ, ਰੂੜੀ ਦਾ ਕੰਮ ਮਿਲ ਜਾਂਦਾ। ਉਸ ਤੋਂ ਅਗਲੀ ਆਪਸ਼ਨ ਆ ਵੀ ਜੇ ਅਸੀਂ ਜ਼ਮੀਨ ਦੇ ਵਿੱਚ ਇਹਨੂੰ ਨਹੀਂ ਖਿਲਾਰਨਾ, ਜ਼ਮੀਨ ਖਾਲੀ ਕਰਨੀ ਹੈ, ਫਿਰ ਟਰਾਲੀ ਲੋਡ ਕਰਕੇ ਪਿੱਛੇ ਤੇ ਟਰਾਲੀ ਦੇ ਵਿੱਚ ਵੀ ਇਹ ਉਹ ਕੱਟ ਕੇ ਮੁੱਢ ਜਿਹੜੇ ਪਾ ਦੇਗੀ, ਫਿਰ ਤੁਹਾਡਾ ਖੇਤ ਖਾਲੀ ਹੋ ਜਾਏਗਾ। ਭਾਵੇਂ ਕਣਕ ਕੇਰਨੀ, ਜ਼ੀਰੋ ਡਰਿਲ ਨਾ ਕੇਰ ਲਓ, ਹਲਾ ਨਾ ਵਾ ਲਓ। 2 ਆਪਸ਼ਨ ਇਹ ਹੋ ਗਈਆਂ ਜੀ। ਤੀਸਰੀ ਆਪਸ਼ਨ ਹੈਗੀ ਇਸ ਤਰ੍ਹਾਂ ਰੀਪਰ ਮਾਰ ਕੇ ਮੁੱਢਾਂ ਨੂੰ ਸੁਕਾ ਲੈਣਾ ਜੀ, ਜਿੱਦਾਂ ਕਿ ਆਪਾਂ ਅੱਗ ਲਾਉਂਦੇ ਆ ਸੁਕਾਉਣ ਵਾਸਤੇ, ਇਦਾਂ ਮੁੱਢ ਕੱਟ ਲੈ, ਸੁੱਕ ਗਏ, ਇਹਨਾਂ ਨੂੰ ਚੱਕ ਕੇ ਇਹ ਕੁਤਰ ਕੇ ਬਰੀਕ ਕਰਕੇ ਜ਼ਮੀਨ ਤੇ ਵੀ ਖਿਲਾਰ ਦੇਗੀ, ਤੇ ਟਰਾਲੀ 'ਚ ਤੂੜੀ ਬਣਾ ਕੇ ਵੀ ਪਾ ਦੇਗੀ। ਪਰਾਲੀ ਦੀ ਤੂੜੀ ਬਣਾ ਕੇ ਟਰਾਲੀ 'ਚ ਪਾ ਦੇ। ਅਜੇ ਤੱਕ ਕੋਈ ਮੇਰੇ ਖਿਆਲ ਵੀ ਤੂੜੀ ਬਣਾਉਣ ਵਾਲੀ, ਪਰਾਲੀ ਦੀ ਤੂੜੀ ਬਣਾ ਲਈ ਕੋਈ ਅਜੇ ਤੱਕ ਮਸ਼ੀਨ ਮੇਰੇ ਧਿਆਨ ਵਿੱਚ ਤਾਂ ਨਹੀਂ ਹੈ, ਤੇ ਮੈਨੂੰ ਪਹਿਲੀ ਫਿਰ ਗਿਣਦਾ ਜੀ। 4 ਹੋ ਗਈਆਂ ਜੀ। 5ਵੀਂ ਆਪਸ਼ਨ ਹੈ ਜੀ ਕਣਕ ਦੇ ਨਾੜ ਦੀ ਤੂੜੀ। ਸਮਾਨ ਵੱਖੋ ਵੱਖਰੇ ਨੇ, ਸਮਾਨ ਚੇਂਜ ਕਰਨੇ ਹੀ ਪੈਂਦੇ ਨੇ, ਜਿਹੜਾ ਫੰਕਸ਼ਨ ਤੁਸੀਂ ਜਿੱਦਾਂ ਦਾ ਕੰਮ ਕਰਾਉਣਾ ਜੀ ਉਦਾਂ ਦਾ ਅਸੀਂ ਸਮਾਨ ਸਾਰਾ ਨਾਲ ਤਿਆਰ ਦਿੰਦੇ ਹਾਂ। ਉਹ ਸਮਾਨ ਲਗਾ ਕੇ ਕਣਕ ਦੇ ਨਾੜ ਦੀ ਤੂੜੀ ਬਣਾਉਂਦੇ ਆ, ਜਿਹੜੀਆਂ ਪਹਿਲਾਂ ਮਾਰਕੀਟ ਦੇ ਵਿੱਚ ਮਸ਼ੀਨਾਂ ਆਈਆਂ ਹੋਈਆਂ ਨੇ ਤੂੜੀ ਵਾਲੀਆਂ, ਉਹਨਾਂ ਦੇ ਨਾਲ ਜੇ ਆਪਾਂ ਕੰਪੈਰੀਮੇਜ ਜਿਹੜਾ ਅਸੀਂ ਕਰਕੇ ਦੇਖਿਆ ਜੀ, ਤੇ ਉਹਦੇ ਨਾਲ 1 ਟਰਾਲੀ ਨਾਲ 2 ਟਰਾਲੀਆਂ ਭਰ ਦਿੰਦੀ ਹੈ ਜੀ ਆਰਾਮ ਨਾਲ। ਤਾਂ ਟਰੈਕਟਰ ਤੇ ਕੋਈ ਲੋਡ ਨਹੀਂ ਹੈ। 1500 RPM ਤੇ ਟਰੈਕਟਰ ਚੱਲ ਰਿਹਾ, ਤੇ ਮਤਲਬ ਜੇ ਕਿਸੇ ਨੂੰ ਇਹਦੇ ਵਿੱਚ ਡਾਊਟ ਹੋਵੇ ਤਾਂ ਸਾਡੇ ਕੋਲ ਆਣ ਕੇ ਦੇਖ ਸਕਦਾ ਵੀ 1500 ਤੇ ਚੱਲਦਾ ਕਿ ਨਹੀਂ ਚੱਲਦਾ। ਕਣਕ ਤੇ ਤਾਂ ਅਸੀਂ 1400 ਤੇ ਚਲਾ ਦਿੰਦੇ ਹਾਂ ਜੀ, ਕਣਕ ਦੀ ਤੂੜੀ ਵਾਸਤੇ ਕੋਈ ਲੋਡ ਨਹੀਂ ਜੀ, ਅਨਲੋਡ ਆ। ਆਮ ਨੋਰਮਲ ਜਿੰਨਾ ਆਪਾਂ ਪਹਿਲੀ ਵਾਹਣ ਵਾਸਤੇ ਡੀਜ਼ਲ ਲੱਗਦਾ ਉਨਾ ਹੀ ਲੱਗਦਾ ਮਸ਼ੀਨ ਤੇ ਵੀ। ਧੰਨਵਾਦ ਤਲਵਿੰਦਰ ਜੀ ਗੱਲਬਾਤ ਕਰਨ ਦੇ ਲਈ। ਤਾਂ
ਉਮੀਦ ਕਰਦਾ ਕਿ ਤੁਹਾਡਾ ਬੇਟਾ ਜਿਹੜਾ ਕੈਂਬਰਿਜ 'ਚ ਪੜ੍ਹਦਾ ਸੀਗਾ ਹੁਣ ਕੈਂਬਰਿਜ ਤੋਂ ਵੀ ਵੱਡੇ ਸਕੂਲ ਦੇ ਵਿੱਚ ਪੜ੍ਹੂਗਾ ਤਾਂ ਇਹ ਪੜ੍ਹਾਉਣਾ ਕੋਈ ਆਮ ਗੱਲ ਨਹੀਂ ਹੁੰਦੀ। ਹਰ ਪਿਓ ਦਾ ਖੁਆਬ ਹੁੰਦਾ ਕਿ ਮੇਰਾ ਬੱਚਾ ਮੇਰੇ ਤੋਂ ਵਧੀਆ ਕਰੇ, ਮੇਰੇ ਤੋਂ ਅੱਗੇ ਵਧੇ, ਦੁਨੀਆ ਦੇ ਨਾਲ ਚੱਲੇ। ਤਾਂ ਜਦੋਂ ਇਹਨਾਂ ਨੇ ਕੋਸ਼ਿਸ਼ ਕੀਤੀ, ਦੇਸ਼ ਦੇ ਵਿੱਚ ਹਿੱਸਾ ਪਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਰੌਲੇ ਤਾਂ ਪਾਈ ਜਾਂਦੇ ਹਾਂ ਕਿ ਪਰਾਲੀ ਨੂੰ ਨਾ ਸਾੜੋ, ਪਰਾਲੀ ਦੇ ਨਾੜ ਨੂੰ ਨਾ ਸਾੜੋ, ਤਾਂ ਇਹ ਚੀਜ਼ਾਂ ਦੇ ਹੱਲ ਵੀ ਨਾਲ ਦੀ ਨਾਲ ਦੇਣੇ ਚਾਹੀਦੇ ਆ। ਹੱਲ ਨਹੀਂ ਦੇ ਰਹੇ ਤੇ ਜੇ ਕਿਸਾਨ ਨੇ, ਅਗਾਂਹ ਵਧੂ ਕਿਸਾਨ ਨੇ, ਤਲਵਿੰਦਰ ਸਿੰਘ ਹੋਣੀ, ਤੇ ਜੇ ਇਹਨਾਂ ਨੇ ਹੱਲ ਲੱਭਿਆ ਤੇ ਫਿਰ ਇਹਨਾਂ ਦਾ ਜ਼ਿਕਰ ਵੀ ਕਿਤੇ ਨਹੀਂ ਹੋ ਰਿਹਾ, ਇਹਨਾਂ ਨੂੰ ਕਿਤੇ ਮਿਲਣ ਨਹੀਂ ਦਿੱਤਾ ਜਾ ਰਿਹਾ। ਇਹਨਾਂ ਦੀ ਮਕੈਨਿਕ ਦੀ ਦੁਕਾਨ ਹੈਗੀ ਆ ਸੁਲਤਾਨਪੁਰ ਦੇ ਵਿੱਚ ਗੋਂਦਵਾਲ ਰੋਡ ਦੇ ਉੱਪਰ, ਨੂਰ ਮਕੈਨੀਕਲ, ਤਾਂ ਇਹਨਾਂ ਦੀ ਕਿਸੇ ਨੇ ਕੋਈ ਬਾਂਹ ਨਹੀਂ ਫੜੀ। ਹਾਲਾਂਕਿ ਇਹਨਾਂ ਨੇ ਰੋ ਕੇ ਦੱਸਿਆ ਹੈ ਕਿ ਹੁਣ ਮੈਂ ਆਪਣੇ ਬੱਚੇ ਨੂੰ ਜਿਵੇਂ ਪ੍ਰਾਈਵੇਟ ਸਕੂਲ ਤੋਂ ਹਟਾ ਕੇ ਸਰਕਾਰੀ ਸਕੂਲ 'ਚ ਪਾ ਲਿਆ, ਉਸ ਤੋਂ ਬਾਅਦ ਮੇਰਾ ਘਰ ਵਿਕਣ ਤੇ ਆ, ਪੈਲੀ ਵਿਕਣ ਤੇ ਆ ਗਈ ਆ, ਤੇ ਆਪ ਸਭ ਕੁਝ ਵੇਚ ਕੇ ਇਹ ਕਰਜ਼ਾ ਲਾ ਕੇ ਇੱਕ ਕਿਰਾਏ ਦੇ ਘਰ ਦੇ ਉੱਪਰ ਰਹਿਣ ਨੂੰ ਤਿਆਰ ਆ। ਪਰ ਕਿੱਥੇ ਸਾਡੀਆਂ ਸਰਕਾਰਾਂ ਨੇ, ਕਿੱਥੇ ਸਾਡੇ ਜ਼ਮੀਰ ਗਏ ਨੇ? ਕਿਉਂਕਿ ਇਹ ਚੀਜ਼ਾਂ ਜੇ ਅਸੀਂ ਅਸਲ ਦੇ ਵਿੱਚ ਇੰਪਲੀਮੈਂਟ ਕਰਦੇ ਆ ਕਿ ਜੇ ਅਸੀਂ ਪਰਾਲੀ ਨੂੰ ਨਹੀਂ ਸਾੜਨਾ, ਤਾਂ ਇਹ ਜੇ ਅਸੀਂ ਇਹਨਾਂ ਦੇ ਹੱਲ ਲੱਭੇ ਆ ਤਾਂ ਫਿਰ ਸਰਕਾਰਾਂ ਕਿਉਂ ਦੇਖ ਕੇ ਅੱਖਾਂ ਮੀਚ ਲੈਂਦੀਆਂ ਨੇ? ਇਹ ਇੱਕ ਵੱਡਾ ਸਵਾਲ ਆ। ਤਾਂ ਕੀ ਕਹਿਣਾ ਚਾਹੁੰਦੇ ਤਲਵਿੰਦਰ ਜੀ ਹੋਰ ਤੁਸੀਂ? ਇੱਕ ਮੈਂ ਹੋਰ ਕਹਿਣਾ ਚਾਹੁੰਦਾ ਜੀ, ਇਹ ਮੇਰੀ ਪਹਿਲੀ ਮਸ਼ੀਨ ਆ ਜੀ ਕਾਮਯਾਬ ਜਿਹੜੀ ਹੈਗੀ ਆ, ਪਰ ਮੈਂ ਇਹ ਸੋਚਿਆ ਕਿ ਇਸ ਤੋਂ ਅੱਗੇ ਜਾਣਾ, ਬਹੁਤ ਅੱਗੇ ਜਾਣਾ। ਮੇਰੇ ਹਿਸਾਬ ਨਾਲ ਮਸ਼ੀਨ ਤਾਂ ਕਾਮਯਾਬ ਆਈ, ਪੂਰਾ ਕੰਮ ਕਰਦੀ, ਪਰ ਮੈਂ ਕਹਿੰਦਾ ਜੀ ਅਜੇ ਮੈਂ ਅੱਧ 'ਚ ਪਹੁੰਚਾ, ਇਸ ਤੋਂ ਮੈਂ ਅੱਗੇ ਬਹੁਤ ਜਾਣਾ। ਮੈਂ ਇਹੋ ਜੀ ਇਨਵੈਂਸ਼ਨ ਵੀ ਸੋਚੀ ਪਈ ਆ, ਉਹਦਾ ਮਾਡਲ ਵੀ ਅੱਗੇ ਮੈਂ ਤਿਆਰ ਕੀਤਾ ਸੀ ਵੀ ਜਿਸ ਤਰ੍ਹਾਂ ਇਹ ਮਸ਼ੀਨ ਪਰਾਲੀ ਨੂੰ ਕੁੱਤਣ ਵਾਸਤੇ 1 ਘੰਟਾ ਲਾਉਂਦੀ ਜੀ 1 ਕਿੱਲੇ ਨੂੰ, ਤੇ ਮੈਂ ਇਦਾਂ ਦੀ ਮਸ਼ੀਨ ਤਿਆਰ ਕਰਨ ਜਾ ਰਿਹਾ ਵਾਂ। ਜੇ ਕੋਈ ਮੇਰਾ ਮਸਲਾ ਹੱਲ ਹੋ ਗਿਆ, ਉਹ ਅੱਧੇ ਘੰਟੇ ਦੇ ਵਿੱਚ 1 ਕਿੱਲਾ ਪਰਾਲੀ ਦਾ ਕੁਤਰ ਦਿਆ ਕਰੇਗੀ। ਹੋ ਸਕਦਾ 25 ਮਿੰਟ 'ਚ ਵੀ ਕੁਤਰਦਾ, ਪਰ ਮੈਂ ਅੱਧਾ ਘੰਟੇ ਦਾ ਆਈਡੀਆ ਲੈ ਕੇ ਉਹਦੀ ਡਰਾਇੰਗ ਜਿਹੜੀ ਉਹ ਬਣਾ ਰਿਹਾ, ਔਰ ਬਹੁਤ ਜ਼ਿਆਦਾ ਕਾਮਯਾਬ ਮਸ਼ੀਨ ਹੋਏਗੀ। ਜਿੱਦਾਂ ਕਿ ਆਲੂ ਵਾਲੇ ਨੇ, ਉਹਨਾਂ ਕੋਲ ਟਾਈਮ ਘੱਟ ਹੁੰਦਾ, ਉਹ ਕਹਿੰਦੇ ਜਲਦੀ ਜ਼ਮੀਨ ਤਿਆਰ ਹੋ ਜਾਏ। ਫਿਰ ਕੀ ਹੈਗਾ ਜਿੱਦਾਂ ਉਹ ਆਲੂ ਵਾਲੇ ਅੱਜ ਕੱਲ ਜਾਂ ਹੋਰ ਆ, ਉਹ ਆਪਣੇ ਸਬਜ਼ੀਆਂ ਲਾਉਣ ਵਾਲੇ ਨੇ, ਉਹ ਜਲਦੀ ਦਾ ਕਰਕੇ ਅੱਗ ਲਗਾ ਦਿੰਦੇ ਨੇ, ਤੇ ਇਹਨੂੰ ਤਾਂ ਫਿਰ ਪਰਾਲੀ ਨੂੰ ਲਾਉਣ ਵਾਸਤੇ 2-4 ਦਿਨ ਚਾਹੀਦੇ ਨੇ ਨਾ। ਤਾਂ ਉਹ ਮਸ਼ੀਨ ਜਿਹੜੀ ਹੈਗੀ ਆ, ਉਹ ਜਦੋਂ ਅੱਧੇ ਘੰਟੇ ਦੇ ਵਿੱਚ ਕਿੱਲੇ ਨੂੰ ਕੁਤਰ ਦਿਆ ਕਰੇਗੀ ਨਾ, ਤੇ ਉਹ ਟਾਈਮ ਬੜਾ ਬਚੇਗਾ ਉਹਨਾਂ ਕੋਲ, ਫਿਰ ਉਹ ਵੀ ਯੂਜ਼ ਕਰਨਗੇ ਉਹਨਾਂ ਨੂੰ। ਤੇ ਇਸ ਤਰ੍ਹਾਂ ਮੇਰਾ ਮਤਲਬ ਅੱਗੇ ਜਾਣ ਦਾ ਵਿਚਾਰ ਹੈਗਾ ਵੀ ਇਸ ਤਰ੍ਹਾਂ ਦੀ ਮਸ਼ੀਨ ਤਿਆਰ ਕਰਦਾ ਜਿਹੜੀ ਅੱਧੇ ਘੰਟੇ ਦੇ ਵਿੱਚ ਪਰਾਲੀ ਨੂੰ ਸਾਂਭ ਸੰਭਾਲ ਕਰ ਦਿਆ ਕਰੇ। ਫੰਕਸ਼ਨ ਇਹੀ ਹੋਣਗੇ ਸਾਰੇ ਉਹਦੇ ਵਿੱਚ। ਅੱਗੇ ਤਾਂ ਜਾਇਆ ਜਾਊਗਾ ਕਿ ਜਦੋਂ ਕੋਈ ਇਹਨਾਂ ਦੀ ਬਾਹ ਫੜੇਗਾ, ਜਦੋਂ ਸਰਕਾਰਾਂ ਇਹਨਾਂ ਦੀ ਗੁਹਾਰ ਸੁਣਨਗੀਆਂ, ਕਿਉਂਕਿ ਇਹਨਾਂ ਨੇ ਤਾਂ ਆਪਣੀ ਜ਼ਿੰਦਗੀ ਦੇ 7-8 ਸਾਲ ਇਸ ਮਸ਼ੀਨ ਨੂੰ ਦੇ ਦਿੱਤੇ, ਪਰ 7-8 ਮਿੰਟ ਵੀ ਸਰਕਾਰਾਂ ਇਹਨਾਂ ਨੂੰ ਸਮਾਂ ਨਹੀਂ ਦੇ ਰਹੀਆਂ। ਦੇਣਾ ਚਾਹੀਦਾ ਹੈ। ਆਮ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਖਿਆਲ ਇਹਨਾਂ ਚੀਜ਼ਾਂ ਦਾ ਰੱਖਣਾ ਚਾਹੀਦਾ ਹੈ ਕਿ ਜਿੱਥੇ ਅਸੀਂ ਰੌਲਾ ਪਾਉਂਦੇ ਆ ਉੱਚੀ ਕਿ ਅਸੀਂ ਇਹਨਾਂ ਚੀਜ਼ਾਂ ਦੇ ਹੱਲ ਕਰਨੇ ਆ, ਤੇ ਜੇ ਕੋਈ ਹੱਲ ਲੱਭਦਾ ਹੈ ਤਾਂ ਫਿਰ ਉਹਦੀ ਬਾਂਹ ਜ਼ਰੂਰ ਫੜਨੀ ਚਾਹੀਦੀ ਹੈ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਸੁਲਤਾਨਪੁਰ ਲੋਧੀ।